ਕਹਿੰਦਾ ਮੁਕਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀਅਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਕਿ ਲੜੀਵਾਰ ਕਥਾ ਔਰ ਉਸ ਦਾ ਪ੍ਰਵਾਹ ਜੋ ਚੱਲ ਰਿਹਾ ਹੈ ਭਗਤਾਂ ਦੀ ਬਾਣੀ ਵਿੱਚ, ਭਗਤ ਕਬੀਰ ਸਾਹਿਬ ਜੀ ਦੀ 52 ਅੱਖਰੀ ਜਾਂ 7 ਵਾਰਾਂ ਦੇ ਨਾਂ ਤੇ ਜੋ ਬਾਣੀ ਉਚਾਰਨ ਕੀਤੀ ਹੈ ਉਸ ਦੀ ਕੱਲ ਸੰਪੂਰਨਤਾ ਹੋ ਗਈ ਹੈ। ਇਸ ਤੋਂ ਅੱਗੇ ਭਗਤ ਨਾਮਦੇਵ ਜੀ ਦੀ ਬਾਣੀ ਦਾ ਸ਼ਬਦ ਹੈ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ। ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ। ਰਾਗ ਗੌੜੀ ਦਾ ਭਾਵ ਹੈ ਵੀ ਗੌੜੀ ਰਾਗਣੀ ਦੇ ਅੰਦਰ ਚੇਤੀ ਇਸ ਦੀ ਜਾਤੀ ਹੈ ਔਰ ਇਹ ਬਾਣੀ ਨਾਮਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹ ਅੱਖਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਕਹਿ ਕੇ ਲਿਖਵਾਏ। ਜੀਓ ਆਦਰਬੋਧਕ ਸ਼ਬਦ ਹੈ ਕਿ ਨਾਮਦੇਵ ਜੀ ਦੀ ਇਹ ਬਾਣੀ ਹੈ। ਕੀ ਦਾ ਅਰਥ ਦੀ ਹੁੰਦਾ ਹੈ? ਪਹਿਲਾ ਮੰਗਲ ਕਰਦੇ ਹਨ। ਇੱਕ ਓੰਕਾਰ, ਇੱਕ ਅਦੁੱਤੀ। ਓੰਕਾਰ ਦਾ ਭਾਵ ਹੈ ਵੀ ਜੋ ਸਰਬ ਦਾ ਪ੍ਰਕਾਸ਼ਕ ਹੈ। ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲਿਆਂ ਦੀ ਰੱਖਿਆ ਵੀ ਕਰਦਾ ਹੈ। ਇਸ ਕਰਕੇ ਜੋ ਓੰਕਾਰ ਪਦ ਉਚਾਰਨ ਕਰਦਾ ਹੈ ਉਹਦੀ ਅੰਗ ਨਾਮ ਪੱਖ ਦਾ ਵਿਆਕਰਨ ਦੇ ਅਨੁਸਾਰ ਐਸਾ ਅਰਥ ਇਸ ਦਾ ਵਿਦਵਾਨ ਕਰਦੇ। ਤੇ ਤ੍ਰਿਦਾ ਰੂਪ ਜਿਹੜਾ ਆਕਾਰ ਉਕਾਰ ਮੁਕਾਰ ਅਰਧ ਬਿੰਦ ਪਹਿਚਾਨ ਚਾरों को समुदाय जो ओंकार पहचान, ਉਹ ਇੱਕ ਅਦਵੈਤ ਸਰੂਪ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ। ਦੂਸਰਾ ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਬ੍ਰਹਮ ਦੇ ਵਿਸ਼ੇਸ਼ਣ ਕਥਨ ਕੀਤੇ ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੰਨੇ ਅੱਖਰ ਮੰਗਲ ਸਮੇਤ ਲਿਖੇ ਹੈ। ਭਗਤ ਨਾਮਦੇਵ ਜੀ ਰਾਮ ਦੇ ਨਾਮ ਦਾ ਆਪ ਜਾਪ ਕਰਦੇ ਸੀ, ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਸਨ। ਇੱਕ ਦਿਨ ਕਿਸੇ ਤਰਕ ਵਾਲੇ ਨੇ ਤਰਕ ਮਾਰੀ ਕਿ ਨਾਮਦੇਵ ਤੂੰ ਐਵੇਂ ਵਾਧੂ ਰਾਮ ਰਾਮ ਕਹਿੰਦਾ ਫਿਰਦਾ ਰਹਿਣਾ, ਕੀ ਤੈਨੂੰ ਰਾਮ ਮੁਕਤ ਕਰ ਦੇਗਾ? ਇਹ ਪ੍ਰਸ਼ਨ ਕੀਤਾ। ਜਿਹਦਾ ਤੂੰ ਨਾਮ ਜਪਦਾ ਹੈ ਰਾਮ ਰਾਮ ਕਰਦਾ ਤੈਨੂੰ ਮੁਕਤੀ ਦੇਊਗਾ ਰਾਮ? ਉਹ ਕਹਿੰਦੇ ਕਿਉਂ ਨਹੀਂ ਦੇਗਾ? ਉਹਦੇ ਫਿਰ ਨਾਮਦੇਵ ਜੀ ਉਦਾਹਰਨਾਂ ਦੇਣਗੇ ਕਿ ਇਹਨੂੰ ਮੁਕਤੀ ਦਿੱਤੀ, ਇਹਨੂੰ ਦਿੱਤੀ, ਮੈਨੂੰ ਕਿਉਂ ਨਹੀਂ ਦੇਗਾ? ਇਹ ਭਾਵ ਇਸ ਸ਼ਬਦ ਵਿੱਚ ਰੱਖ ਕੇ ਹੁਣ ਅੱਗੇ ਰਹਾਉ ਵਾਲੀ ਤੁਕ ਦੇ ਵੀ ਸਾਰਾ ਸਿਧਾਂਤ ਹੁੰਦਾ ਹੈ ਤੇ ਇਹਦੇ ਵਿੱਚ ਜਿਹੜੇ ਅੱਗੇ ਸ਼ਬਦ ਆਉਣਗੇ ਵੀ ਰਾਮ ਕਹਿਣ ਨਾਲ ਕਿਉਂ ਨਹੀਂ ਤਰਨਗੇ? ਇੰਨੇ ਪਾਪੀ ਤਰੇ। ਉਹ ਇੱਕੋ ਹੀ ਸ਼ਬਦ ਦੇ ਵਿੱਚ ਬਹੁਤ ਸਾਰੇ ਉਹਨਾਂ ਵਿਅਕਤੀਆਂ ਦਾ ਨਾਂ ਹੈ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ। ਇਸ ਕਰਕੇ ਅੱਜ ਕੁਝ ਜਿਹੜੀ ਵਿਆਖਿਆ ਨਿਰੋਲ ਸ਼ਬਦਾਂ ਦੀ ਹੁੰਦੀ ਹੈ, ਤੁਕਾਂ ਦੀ ਹੈ, ਉਹਦੀ ਬਜਾਏ ਕੁਝ ਉਹਨਾਂ ਵਿਅਕਤੀਆਂ ਦੇ ਜਾਣਨ ਵਾਸਤੇ ਉਹਨਾਂ ਦਾ ਇਤਿਹਾਸ ਥੋੜਾ ਬਹੁਤ ਬਚਣਾ ਪੈਣਾ। ਸੋ ਆਓ ਜਿਸ ਪ੍ਰਕਾਰ ਪਹਿਲੀ ਉਦਾਹਰਨਾਂ ਦਿੰਦੇ ਹੈ, ਪਹਿਲਾਂ ਪਰਮੇਸ਼ਰ ਤੇ ਅਰਥ ਹੋਏਗਾ ਇਸ ਦਾ, ਫਿਰ ਅੱਗੇ ਜੋ ਉਸ ਵੇਲੇ ਦੇ ਯੁੱਗਾਂ ਦੇ ਪ੍ਰਮਾਣ ਹਨ ਉਹ ਸ਼ੁਰੂ ਕਰਦੇ ਹਨ। ਸੁਣੋ ਜੀ। ਦੇਵਾ ਪਾਹਨ ਤਾਰੀਅਲੇ। ਕਹਿੰਦੇ ਹੇ ਭਾਈ ਸ਼ੰਕਾ ਕਰਨ ਵਾਲਿਆ, ਦੇਵਾ ਪ੍ਰਕਾਸ਼ ਦਾ ਨਾਮ ਹੈ। ਪ੍ਰਕਾਸ਼ ਸਰੂਪ ਕੌਣ ਹੈ? ਪਰਮੇਸ਼ਰ। ਉਹ ਪਰਮੇਸ਼ਰ ਜੋ ਪ੍ਰਕਾਸ਼ ਸਰੂਪ ਹੈ
ਉਹਨੇ ਪਾਹਨ ਪੱਥਰਾਂ ਨੂੰ ਵੀ ਤਾਰੀ ਵਾਲੇ ਤਾਰ ਦਿੱਤਾ। ਪਾਹਨ ਤਾਰੀ ਵਾਲੇ ਪੱਥਰ ਤਰੇ ਹੈ ਤੇ ਮੈਂ ਤਾਂ ਫਿਰ ਵਿਅਕਤੀ ਹਾਂ, ਮੇਰੇ ਤੇ ਸ਼ੰਕਾ ਕਿਉਂ ਕਰਦਾ? ਜਿਵੇਂ ਤ੍ਰੇਤੇ ਯੁੱਗ ਦੇ ਅੰਦਰ ਰਾਮਚੰਦਰ ਰੂਪ ਹੋ ਕਰਕੇ ਤੇ ਪੱਥਰਾਂ ਦੇ ਉੱਤੇ ਰਾਮ ਨਾਮ ਲਿਖ ਕੇ ਸਮੁੰਦਰ ਵਿੱਚ ਤਾਰ ਦਿੱਤੇ ਸਨ। ਤੇ ਸ਼ਿਲਾ ਪੱਥਰ ਦੀ ਬਣੀ ਹੋਈ ਅਹਲਿਆ ਸੀ, ਉਹ ਵੀ ਰਾਮ ਨਾਮ ਦੇ ਪ੍ਰਤਾਪ ਨਾਲ ਚਰਨ ਛੁਆ ਕੇ ਉਹਦਾ ਭਲਾ ਕਰ ਦਿੱਤਾ ਸੀ, ਪੱਥਰ ਤਾਰ ਦਿੱਤਾ। ਤੇ ਪਾਹਨ ਤਾਰੀ ਵਾਲੇ ਜਾਂ ਫਿਰ ਦੇਵਾ, ਪਾਹਨ ਤਾਰੀ ਵਾਲੇ ਦੇਵਾ ਪਰਮੇਸ਼ਰ ਨੇ ਪਾਹਨ ਪੱਥਰਾਂ ਵਰਗੇ ਕਠੋਰ ਚਿੱਤ ਪਾਪੀ ਲੋਕ ਜਿਹੜੇ ਸਨ, ਉਹ ਸੰਸਾਰ ਸਮੁੰਦਰ ਤੋਂ ਤਾਰੀ ਵਾਲੇ ਤਾਰ ਦਿੱਤੇ ਨੇ। ਤੇ ਫਿਰ ਮੇਰੇ ਤੇ ਸ਼ੰਕਾ ਕਿਉਂ ਕਰਦਾ ਹੈ? ਫਿਰ ਜਦੋਂ ਇਹੋ ਜਿਹੇ ਤਰ ਗਏ ਹਨ, ਰਾਮ ਕਹਿਤ ਜਨ ਕਸ ਨਾ ਤਰੇ, ਤੇ ਰਾਮ ਪਰਮੇਸ਼ਰ ਦਾ ਨਾਮ ਕਹਿਤ ਉਚਾਰਨ ਕਰਨ ਵਾਲੇ ਜਨ ਪੁਰਸ਼ ਉਹ ਕਸ ਕਿਉਂ ਨਹੀਂ ਤਰਨਗੇ? ਚਾਹੇ ਮੈਂ ਹਾਂ ਚਾਹੇ ਕੋਈ ਹੋਰ ਹੈ, ਉਹ ਜ਼ਰੂਰ ਹੀ ਤਰਨਗੇ। ਤੇ ਇਸ ਤਰ੍ਹਾਂ ਦੇਵਾ ਨਾਮ ਦਾ ਪੰਡਤ ਸੀ, ਉਹਦਾ ਉਦਾਹਰਨਾਂ ਦਿੱਤੀ ਹੈ। ਦੇਵਾ ਨਾਮੇ ਪੰਡਤ ਨੂੰ ਪਰਮੇਸ਼ਰ ਨੇ ਪਾਹਨ ਪੱਥਰ ਦੀ ਮੂਰਤੀ ਦੇ ਰੂਪ ਵਿੱਚ ਤਾਰੀ ਵਾਲੇ ਤਾਰਨਾ ਕੀਤਾ। ਇਹ ਸਾਖਸ਼ਾਤ ਸ਼ਰਧਾ ਭਾਵਨਾ ਰਾਮ ਪਰਮੇਸ਼ਰ ਨਾਲ ਉਹਦਾ ਨਾਮ ਕਹਿਤ ਕਹਿਣ ਨਾਲ ਭਲਾ ਇਹ ਦੱਸ ਵੀ ਜਨ ਪੁਰਸ਼ ਕਿਉਂ ਨਹੀਂ ਤਰਨਗੇ? ਭਾਵੇਂ ਕਿ ਜ਼ਰੂਰ ਹੀ ਤਰਨਗੇ। ਇਹ ਸ਼ੰਕਾ ਕੈਸੀ ਤੈਨੂੰ ਐਸੀ ਬੁਰੀ ਹੈ? ਸੋ ਇਸ ਕਰਕੇ ਫਿਰ ਇਹ ਪਹਿਲੀ ਤੁਕ ਦੇ ਵਿੱਚ ਹੀ ਦੇਵਾ ਨਾਮ ਦੇ ਪੰਡਤ ਦੀ ਦੇਵ ਨਾਮ ਪ੍ਰਕਾਸ਼ ਦਾ ਦੋਨੇ ਅਰਥ ਹੋ ਗਿਆ ਹੈ। ਇੱਕ ਅਸਲ ਦੇ ਵਿੱਚ ਦੇਵਾ ਨਾਮ ਦਾ ਪੰਡਤ ਬੜੇ ਸਿੱਧੇ ਸਾਦੇ ਸੁਭਾਅ ਵਾਲਾ ਸੀ। ਕਈ ਵਾਰੀ ਜਿਹੜੇ ਸਿੱਧੇ ਸੁਭਾਅ ਵਾਲੇ ਲੋਕ ਹੁੰਦੇ ਆ, ਉਹਨਾਂ ਦਾ ਲੋਕ ਮਜ਼ਾਕ ਉਡਾਉਂਦੇ, ਪਰ ਕਈ ਵਾਰੀ ਕਿਰਪਾ ਉਹਨਾਂ ਤੇ ਜ਼ਿਆਦਾ ਹੁੰਦੀ ਹੈ। ਭੈ ਕਰਨਾ ਚਾਹੀਦਾ, ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਉਹ ਸਿੱਧੇ ਸੁਭਾਅ ਵਾਲਾ ਸੀ, ਨਿਸ਼ਕਪਟ ਸੀ, ਬੰਦਗੀ ਕਰਦਾ ਸੀ, ਪਿਛਲੇ ਜਨਮ ਦੀ ਕਮਾਈ ਹੋਵੇਗੀ ਉਸ ਦੀ। ਇਹ ਪੰਡਰਪੁਰ ਦੇ ਵਿੱਚ ਰਹਿ ਰਿਹਾ ਸੀ। ਉੱਥੇ ਇੱਕ ਬ੍ਰਾਹਮਣ ਜੋ ਮੰਦਿਰ ਦੇ ਵਿੱਚ ਠਾਕਰਾਂ ਦੀ ਪੂਜਾ ਕਰਿਆ ਕਰਦਾ ਸੀ, ਤੇ ਉੱਥੇ ਦਾ ਜਿਹੜਾ ਰਾਜਾ ਸੀ ਪੰਡਰਪੁਰ ਦਾ, ਉਹ ਮੰਦਿਰ ਵਿੱਚ ਆਉਣ ਤੋਂ ਪਹਿਲਾਂ ਇੱਕ ਫੁੱਲਾਂ ਦਾ ਹਾਰ ਜਿਹੜਾ ਮਾਲੀ ਤੋਂ ਗੁੰਦਾ ਕੇ ਆਪਣੀ ਫੁਲਵਾੜੀ ਵਿੱਚੋਂ ਭੇਜਿਆ ਕਰਦਾ ਵੀ ਠਾਕਰਾਂ ਦੇ ਗਲ ਵਿੱਚ ਪਾ ਦਿਓ। ਤੇ ਫਿਰ ਜਿਸ ਵੇਲੇ ਉਹਨੇ ਬਾਦਸ਼ਾਹ ਨੇ ਨਹਾ ਧੋ ਕੇ ਆਉਣਾ ਮੰਦਿਰ ਦੇ ਵਿੱਚ, ਜਿਵੇਂ ਆਪਾਂ ਗੁਰਦੁਆਰੇ ਸਾਹਿਬ ਆਉਂਦੇ, ਉਹ ਪੁਜਾਰੀ ਨੇ ਫਿਰ ਠਾਕਰ ਦੇ ਗਲ ਦੇ ਵਿੱਚੋਂ ਲਾਹ ਕੇ ਪੱਥਰ ਦੀ ਜਿਹੜੀ ਮੂਰਤੀ ਸੀ ਰਾਜੇ ਨੂੰ ਪ੍ਰਸ਼ਾਦ ਵਜੋਂ ਦੇ ਦੇਣਾ। ਪ੍ਰਸ਼ਾਦ ਵਜੋਂ ਦੇ ਕੇ ਫਿਰ ਉਹ ਰਾਜਾ ਆਪਣੇ ਗਲ ਵਿੱਚ ਪਾ ਲੈਂਦਾ ਸੀ, ਕਿਉਂਕਿ ਜੇ ਤਾਂ ਛਕਣ ਵਾਲਾ ਪ੍ਰਸ਼ਾਦ ਹੋਵੇ ਉਹ ਛਕ ਲਈਦਾ ਹੈ। ਜੇ ਪਹਿਨਣ ਵਾਲਾ ਵਸਤਰ ਹੈ ਉਹ ਵੀ ਪਹਿਨੀਦਾ, ਜਿਵੇਂ ਸਿਰੋਂ ਪਾ। ਇਹ ਹੁਣ ਹਾਰ ਹੈ, ਇਹਨੂੰ ਗਲੇ ਵਿੱਚ ਪਾ ਲੈਂਦਾ। ਇਹ ਸਿਲਸਿਲਾ ਬੜੀ ਦੇਰ ਤੱਕ ਚੱਲਦਾ ਰਿਹਾ। ਇੱਕ ਦਿਨ ਉਹ ਜਿਹੜਾ ਪੁਜਾਰੀ ਸੀ ਉਹਨੂੰ ਕਿਤੇ ਕੋਈ ਕੰਮ ਹੋ ਗਿਆ। ਉਹਨੇ ਦੇਵਾ ਰਾਮ ਦੇ ਪੰਡਤ ਨੂੰ ਕਿਹਾ ਵੀ ਤੂੰ, ਮੈਂ ਚੱਲਿਆ ਰਿਸ਼ਤੇਦਾਰੀ ਵਿੱਚ, ਵੀ ਨਿਤ ਦਾ ਜਿਹੜਾ ਨਿਯਮ ਹੈ ਵੀ ਤੂੰ ਚਲੋ ਬ੍ਰਾਹਮਣ ਹੈ, ਸਾਰੀ ਪ੍ਰਕਿਰਿਆ ਜਿਹੜੀ ਮੈਂ ਤੈਨੂੰ ਸਮਝਾ ਦੇਣਾ ਵੀ ਇਸ ਤਰ੍ਹਾਂ ਕਰਨਾ ਹੈ ਵੀ ਹਰ ਰੋਜ਼ ਠਾਕਰਾਂ ਦਾ ਇਸ਼ਨਾਨ ਕਰਾਉਣਾ। ਜਿਵੇਂ ਨਾਮਦੇਵ ਨੂੰ, ਨਾਮਦੇਵ ਦੇ ਬਜ਼ੁਰਗਾਂ ਨੇ ਸਮਝਾਇਆ ਸੀ, ਪਿਤਾ ਨੇ ਸਮਝਾਇਆ ਵੀ ਇਸ ਤਰ੍ਹਾਂ ਕਰਨਾ। ਤੇ ਫਿਰ ਉਹ ਰਿਸ਼ਤੇਦਾਰੀ ਵਿੱਚ ਚਲਾ ਗਿਆ ਵੀ ਇੱਕ ਹਾਰ ਆਊਗਾ, ਉਹ ਇਸ਼ਨਾਨ ਕਰਾ ਕੇ ਠਾਕਰਾਂ ਦੇ ਗਲ ਵਿੱਚ ਪਾ ਦੀ, ਫਿਰ ਰਾਜਾ ਆਊਗਾ ਉਹਦੇ ਗਲ ਵਿੱਚ ਪਾ ਦੀ। ਇਹ ਪ੍ਰਸ਼ਾਦ ਦੀ ਇੰਨਾ ਕੰਮ ਤੂੰ ਕਰ, ਮੇਰਾ ਕੰਮ ਇੰਨਾ ਕੁ ਮੇਰੇ ਥਾਂ ਤੇ ਇਹ ਸੇਵਾ ਨਿਭਾ, ਤੇ ਮੈਂ ਫਿਰ ਰਿਸ਼ਤੇਦਾਰੀ ਦੇ ਜ਼ਰੂਰੀ ਹੈ ਜਾਇਆ। ਉਹ ਕਹਿੰਦਾ ਵੀ ਕੋਈ ਬਾਤ ਨਹੀਂ। ਠਾਕਰਾਂ ਨੂੰ ਬਹੁਤ ਪ੍ਰੇਮ ਦੇ ਨਾਲ ਇਸ਼ਨਾਨ ਉਹਨੇ ਕਰਾਇਆ ਮੂਰਤੀ ਨੂੰ, ਤੇ ਫਿਰ ਉਹਦੀ ਪੂਜਾ ਅਰਚਾ ਜੋ ਸੀ ਉਹਦੇ ਤਿਲਕ ਤੁਕ ਲਾਉਣ ਦੇ ਜੈਸਾ ਹੈ ਮੰਦਰਾਂ ਦੇ ਵਿੱਚ ਮਰਜ਼ਾਦਾ ਪੂਰੀ ਕੀਤੀ। ਇਹਨੇ ਨੂੰ ਰਾਜੇ ਵੱਲੋਂ ਹਾਰ ਆ ਗਿਆ, ਉਹਨੇ ਹਾਰ ਪਹਿਨਾ ਦਿੱਤਾ। ਉਹ ਉਡੀਕਦਾ ਰਿਹਾ, ਰਾਜਾ ਕਿਤੇ ਅਵੇਸਲਾ ਹੋ ਗਿਆ।
ਰਾਜਾ ਆਇਆ ਹੀ ਨਾ ਕੋਈ ਕੰਮ, ਕਿਉਂਕਿ ਰਾਜ ਦੇ ਕੰਮ ਇਹੋ ਜਿਹੇ ਹੁੰਦੇ, ਨਹੀਂ ਆ ਸਕਿਆ। ਇਹਨੇ ਪੰਡਤ ਦੇਵਾ ਨੇ ਦੇਖਿਆ ਵੀ ਰਾਜਾ ਤਾਂ ਆਇਆ ਨਹੀਂ ਹੈ, ਵੀ ਹਾਰ ਤਾਂ ਅਰਪਣ ਹੀ ਕਰਨਾ ਸੀ, ਇੱਕ ਵਾਰੀ ਗਲ ਵਿੱਚ ਪਾ ਦਿੱਤਾ। ਉਹਨੇ ਚੱਕਿਆ ਹਾਰ, ਆਪਣੀ ਗਲ 'ਚ ਪਾ ਲਿਆ। ਉਹਨੂੰ ਚੇਤਾ ਵਿਸਰ ਗਿਆ ਵੀ ਰਾਜੇ ਦੇ ਗਲ 'ਚ ਪਾਉਣਾ। ਉਹਨੇ ਕਿਹਾ ਵੀ ਠਾਕਰ ਦੇ ਤਾਂ ਗਲ 'ਚ ਨਹੀਂ ਨਾ ਚਾਹੀਦਾ, ਉਹਨੇ ਗਲ ਕੇ ਆਪਣੇ ਗਲ 'ਚ ਪਾ ਲਿਆ। ਤੇ ਆਪਣੇ ਗਲ ਦੇ ਵਿੱਚ ਪਾ ਕੇ ਕਹਿੰਦਾ ਵੀ ਰਾਜੇ ਨੂੰ ਪੁੱਛਦੇ ਵੀ ਤੂੰ ਕਿਉਂ ਨਹੀਂ ਆਇਆ। ਗਲ 'ਚ ਹਾਰ ਪਾ ਕੇ ਤੁਰ ਪਿਆ। ਜਦ ਰਾਜੇ ਦੇ ਮਹਿਰਾਂ ਕੋਲ ਆਇਆ, ਉਹਨੂੰ ਚੇਤਾ ਆਇਆ, ਕਹਿੰਦਾ ਉਹ ਤਾਂ ਰਾਜੇ ਦੇ ਗਲ 'ਚ ਪਾਉਣਾ ਸੀ। ਉਹ ਕਾਲੀ ਕਾਲੀ ਜਦੋਂ ਉਹਨੇ ਗਲ ਦੇ ਵਿੱਚੋਂ ਹਾਰ ਲਾਹਿਆ, ਉਹਦੇ ਦਾੜੀ ਦੇ ਵਾਲ ਜਿਹੜੇ ਸੀ ਨਾ ਕੁਛ, ਉਹ ਉਹਦੇ ਫੁੱਲਾਂ ਦੇ ਨਾਲ ਹੀ ਲੱਗੇ ਰਹਿ ਗਏ। ਆਪਾਂ ਵੀ ਦੇਖਿਆ ਜਦੋਂ ਕੇਸੀ ਇਸ਼ਨਾਨ ਕਰਦੇ ਆ, ਕੁਛ ਵਾਲ ਆਪਣੇ ਕੱਪੜੇ ਨੂੰ ਲੱਗੇ ਰਹਿ ਜਾਂਦੇ। ਉਹ ਵਾਲ ਉਹਨੇ ਦੇਖੇ ਨਾ ਵੀ ਲੱਗੇ ਨਾ, ਤੇ ਜਾ ਕੇ ਰਾਜੇ ਨੂੰ ਕਹਿਣ ਲੱਗਾ ਜੀ ਤੁਸੀਂ ਆਏ ਨਹੀਂ, ਮੈਂ ਡੀਕ ਕੇ। ਕਹਿੰਦੇ ਤੂੰ ਕੌਣ ਹੈ? ਪੰਡਤ ਕਿੱਥੇ ਹੈ ਜਿਹੜਾ ਪੁਜਾਰੀ ਸਾਹਿਬ? ਕਹਿੰਦੇ ਜੀ ਉਹਨੂੰ ਕੋਈ ਕੰਮ ਹੋ ਗਿਆ, ਮੈਂ ਉਹਦੇ ਥਾਂ ਤੇ ਅੱਜ ਸਾਰੀ ਪ੍ਰਕਿਰਿਆ ਜਿਹੜੀ ਮੈਂ ਨਿਭਾਈ ਹੈ, ਇਸ ਕਰਕੇ ਠਾਕਰਾਂ ਦੀ ਪੂਜਾ ਕੀਤੀ ਹੈ, ਮੈਂ ਤੁਹਾਨੂੰ ਡੀਕਦਾ ਰਿਹਾ। ਕਹਿੰਦੇ ਮੈਨੂੰ ਕੰਮ ਹੋ ਗਿਆ ਸੀ, ਮੈਂ ਨਹੀਂ ਆ ਸਕਿਆ, ਚਲੋ ਠਾਕਰਾਂ ਦਾ ਪ੍ਰਸ਼ਾਦ ਮੈਨੂੰ ਦੇ। ਉਹਨੇ ਜਦੋਂ ਹਾਰ ਰਾਜੇ ਨੂੰ ਦਿੱਤਾ, ਉਹਦੇ ਗਲ 'ਚ ਪਾਇਆ, ਉਹਨੇ ਜਦ ਦੇਖਿਆ ਧੌਲੇ ਬਾਲ ਲੱਗੇ ਹੋਏ। ਪੰਡਤ ਸੀ ਬਿਰਧ। ਉਹ ਵਿਅੰਗ ਦੇ ਨਾਲ ਕਹਿੰਦਾ ਰਾਜਾ, ਕਹਿੰਦਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਦੇਵਾ। ਕਹਿੰਦੇ ਪੰਡਤ ਦੇਵਾ, ਵੀ ਮੈਨੂੰ ਲੱਗਦਾ ਵੀ ਠਾਕਰ ਬੁੜੇ ਹੋ ਗਏ। ਵਿਅੰਗ ਨਾਲ ਕਹਿੰਦਾ ਵੀ ਠਾਕਰਾਂ ਦੇ ਧੌਲੇ ਆ ਗਏ। ਉਹ ਬੰਦਾ ਸੀ ਸਿੱਧਰਾ, ਕਹਿੰਦਾ ਹਾਂ ਜੀ ਠਾਕਰ ਬੁੱਢੇ ਹੋ ਗਏ। ਕਹਿੰਦਾ ਨਾਲ ਹੀ ਕਹਿੰਦਾ ਅੱਛਾ। ਰਾਜੇ ਨੂੰ ਆ ਗਿਆ ਗੁੱਸਾ, ਕਹਿੰਦਾ ਵੀ ਨਾਲੇ ਤਾਂ ਮਜ਼ਾਕ ਕਰਦਾ ਤੇ ਪੱਥਰ ਦੀ ਮੂਰਤੀ ਨੂੰ ਉੱਥੇ ਕਿੱਥੇ ਬੁਢਾਪਾ ਆ ਜਾਊਗਾ, ਨਾਲੇ ਹੋਰ। ਕਹਿੰਦਾ ਚੰਗਾ ਮੈਂ ਕੱਲ ਨੂੰ ਆਊਂਗਾ, ਮੈਂ ਆ ਕੇ ਦੇਖੂੰਗਾ ਵੀ ਠਾਕਰਾਂ ਦੇ ਬਾਲ ਚਿੱਟੇ ਤੇ ਬੁਢਾਪਾ ਆ ਗਿਆ। ਜੇ ਠਾਕਰ ਦੇ ਦਾੜੀ ਨਾ ਹੋਈ, ਕਹਿੰਦੇ ਤੈਨੂੰ ਉੱਥੇ ਕਤਲ ਕਰੋ ਮੰਦਿਰ ਦੇ ਸਾਹਮਣੇ। ਰਾਜਾ ਇਹੋ ਜਿਹਾ ਹੀ ਸੀ, ਕਿਹੜਾ ਅਪੀਲ ਹੁੰਦੀ ਸੀ ਕੋਈ। ਉਹ ਡਰ ਗਿਆ। ਉਹਨੇ ਕਿਹਾ ਵੀ ਕਾਹਦਾ ਮੈਂ ਪੁਜਾਰੀ ਦੇ ਥਾਂ ਤੇ ਸੇਵਾ ਕਰਨ ਲੱਗਿਆ, ਮੈਨੂੰ ਤਾਂ ਕਤਲ ਕਰ ਦੇਣਾ ਇਹਨੇ। ਜਿਉਂ ਲੱਗਿਆ ਸੱਚੇ ਮਨ ਨਾਲ ਆਰਾਧਨ, ਜਿਉਂ ਆਰਾਧਨ ਲੱਗਿਆ, ਇਹ ਭਗਵਾਨ ਮੇਰੀ ਰੱਖਿਆ ਕਰ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬਈ ਜਦੋਂ ਰਾਜਾ ਆਵੇ ਤੇਰੇ ਦਾੜੀ ਹੋਣੀ ਚਾਹੀਦੀ ਹੈ, ਸਵਾ ਸਵਾ ਗਿੱਠਦੀ ਹੈ। ਉਹਦੀ ਪੁਕਾਰ ਰਹੀ ਜੀ ਸੁਣੀ। ਉਹ ਮੰਦਿਰ 'ਚ ਬੈਠਾ, ਉਹਨੂੰ ਕਿੱਥੇ ਨੀਂਦ ਆਉਣੀ ਸੀ ਜਿਹਨੂੰ ਕਤਲ ਦਾ ਹੁਕਮ ਹੈ। ਜਦੋਂ ਰਾਜਾ ਆਇਆ, ਉਹ ਜਲਾਦ ਵੀ ਨਾਲੇ ਲੈ ਕੇ ਆਇਆ ਵੀ ਕਤਲ ਕਰ ਦੇਣਾ, ਉੱਥੇ ਵੀ ਸ਼ੈਤਾਨੀ ਕੀਤੀ। ਜਦੋਂ ਅੰਦਰ ਗਿਆ ਤਾਂ ਧੌਲੀ ਦਾੜੀ ਠਾਕਰਾਂ ਦੀ ਐਡੀ ਐਡੀ ਦੇਖ ਕੇ ਉਹਨੇ ਕਿਹਾ ਵੀ ਇਹ ਦੇਵਾ ਨਾਮ ਦਾ ਜਿਹੜਾ ਪੰਡਤ ਹੈ ਚਲਾਕ ਬਹੁਤ ਹੈ, ਇਹਨੇ ਗੂੰਦ ਦੇ ਨਾਲ ਚਿੱਟੇ ਬਾਲ ਕਿਤੇ ਲੈ ਕੇ ਚਪਕੇ ਦਿੱਤੇ ਹੋਣੇ ਨੇ ਮੈਨੂੰ ਭੁਲੇਖਾ ਪਾਉਣ ਵਾਸਤੇ। ਉਹਨੂੰ ਕਹਿੰਦਾ ਕੋਈ ਨਹੀਂ, ਉਹ ਭਾਵਨਾ 'ਚ ਹੈ, ਉਹ ਸ਼ੰਕਾ 'ਚ ਹੈ। ਸ਼ੰਕਾ ਵਾਲੇ ਦਾ ਕੀ ਹਾਲ ਹੁੰਦਾ ਤੇ ਭਾਵਨਾ ਵਾਲਾ ਕਿਵੇਂ ਕਰਦਾ। ਉਹਨੇ ਫੜ ਕੇ ਵੀ ਚਪਕੇ ਹੋਈ ਹੈ ਵੀ ਉਹ ਪੱਥਰ ਨੂੰ ਥੋੜੀ ਬਾਲ ਉਗ ਸਕਦੇ। ਉਹਨਾਂ ਦਾੜੀ ਦੇ ਬਾਲ ਪੱਟੇ, ਉਹਦੇ 'ਚੋਂ ਖੂਨ ਸਿਮਿਆ। ਆਕਾਸ਼ਬਾਣੀ ਹੋਏ, ਕਹਿੰਦੇ ਦੁਸ਼ਟਾ ਤੂੰ ਦਾੜੀ ਨੂੰ ਹੱਥ ਪਾਇਆ ਮੇਰੀ ਨੂੰ। ਉਹ ਕਹਿਣ ਲੱਗਾ ਭਗਵਾਨ ਮੈਨੂੰ ਬਖਸ਼ ਦੇ। ਇਹ ਬਣਿਆ ਕਿ ਪੱਥਰ ਨੂੰ ਤਾਂ ਬਾਲ ਨਹੀਂ ਉਗ ਸਕਦੇ, ਪੱਥਰ ਦੇ ਚੋਂ ਖੂਨ ਨਹੀਂ ਸਿਮ ਸਕਦਾ। ਉਹ ਕਹਿਣ ਲੱਗਾ ਫਿਰ ਪੱਥਰ ਬੋਲ ਸਕਦਾ? ਮੈਂ ਜਿਹੜਾ ਹਾਂ, ਮੈਂ ਪੱਥਰ ਰੂਪ ਨਹੀਂ ਹਾਂ, ਲੇਕਿਨ ਭਾਵਨਾ ਹੈ। ਕਹਿੰਦਾ ਜੀ ਮੈਨੂੰ ਬਖਸ਼ ਦਿਓ। ਕਹਿੰਦੇ ਇਹਦੇ ਪੈਰੀਂ ਪੈ ਜਾ ਜਿਹਦੇ ਕਰਕੇ ਤੂੰ ਜਿਹਨੂੰ ਕਤਲ ਕਰਨ ਲੱਗਿਆ ਸੀ ਉਹ ਤੋਂ ਮਾਫੀ ਮੰਗ। ਉਹ ਦੇਵਾਰਾਮ ਪੰਡਤ ਦੇ ਪੈ ਗਿਆ, ਇਹ ਮਹਾਰਾਜ ਮੈਨੂੰ ਬਖਸ਼ ਦਿਓ। ਕਹਿੰਦਾ ਰਾਜਨ ਤੁਸੀਂ ਕੀ ਕਰਦੇ ਹੋ? ਉਹਨੇ ਕਿਹਾ ਨਹੀਂ ਜੀ ਮੈਨੂੰ ਤੁਸੀਂ ਜੇ ਬਖਸ਼ੋ ਤਾਂ ਠਾਕੁਰ ਬਖਸ਼ੋ। ਚਲੋ ਜੀ ਰਾਜਾ ਤਾਂ ਗਿਆ ਚਲਿਆ। ਕਹਿੰਦਾ ਜਾ ਰਾਜਾ ਤੈਨੂੰ ਬਖਸ਼ਿਆ। ਉਹ ਪੰਡਤ ਤਾਂ ਭੁੱਭਾ ਮਾਰ ਕੇ ਰੋਣ ਲੱਗ ਗਿਆ। ਕਹਿੰਦਾ ਮੇਰੇ ਠਾਕੁਰ ਇੱਕ ਐਸੀ ਖੇਡ ਕੀਤੀ ਹੈ, ਜੇ ਤੂੰ ਮੇਰੀ ਬੇਨਤੀ ਮੰਨ ਕੇ ਤੂੰ ਆਪਣੀ ਪੱਥਰ ਦੀ ਮੂਰਤੀ ਤੇ ਬਾਲ ਉਗਾ ਸਕਦਾ ਹੈ, ਆਕਾਸ਼ਬਾਣੀ ਦੇ ਸਕਦਾ ਹੈ, ਤੇ ਮੈਨੂੰ ਦਰਸ਼ਨ ਵੀ ਦੇ ਦੇ।
ਭਗਵਾਨ ਜੀ ਪ੍ਰਤੱਖ ਹੋ ਗਏ। ਕਹਿੰਦੇ ਵੀ ਮੈਂ ਭਾਵਨਾ ਦੇ ਅਧੀਨ ਹਾਂ, ਅੱਜ ਤੋਂ ਬਾਅਦ ਪੱਥਰ ਦੀ ਪੂਜਾ ਨਹੀਂ ਤੈਨੂੰ ਕਰਨ ਦੀ ਲੋੜ, ਮੈਂ ਤਾਂ ਜਿਉਂਦਾ ਜਾਗਦਾ ਠਾਕਰ ਹਾਂ। ਇਹ ਤਾਂ ਪ੍ਰਤੀਕ ਉਪਾਸਨਾ ਬਣਾਈ ਸੀ ਨਾਰਦ ਨੇ, ਲੋਕੀ ਭੁੱਲ ਗਏ, ਮੈਂ ਪੱਥਰ ਨਹੀਂ ਹਾਂ। ਤੇ ਇਸ ਕਰਕੇ ਨਾਮਦੇਵ ਜੀ ਕਹਿੰਦੇ ਵੀ ਦੇਵਾ ਪਾਹਨ, ਦੇਵਾ ਜਿਹੜਾ ਸੀ ਦੇਵਾ ਪਾਹਨ ਤਾਰੀ ਵਾਲੇ, ਉਹ ਪੱਥਰ ਦੀ ਮੂਰਤੀ ਦੇ ਇਸ ਪ੍ਰਕਾਰ ਦੇ ਉਹਦੇ ਰੋਮ ਆਏ ਤੇ ਉਹਨੂੰ ਦਰਸ਼ਨ ਦਿੱਤੇ, ਉਹਦੀ ਪੈਜ ਰੱਖੀ। ਫਿਰ ਰਾਮ ਨਾਮ ਉਚਾਰਨ ਕਰਨ ਵਾਲਾ ਨਾਮਦੇਵ, ਹੁਣ ਭਲਾ ਦੱਸ ਵੀ ਮੈਨੂੰ ਕਿਉਂ ਨਹੀਂ ਤਾਰਨਗੇ, ਤੂੰ ਕਿਉਂ ਸ਼ੰਕਾ ਕੀਤੀ? ਉਹ ਕਹਿਣ ਲੱਗਾ ਨਾਮਦੇਵ, ਇਹ ਰਾਮ ਦੇ ਨਾਮ ਨੂੰ ਕਿਸੇ ਹੋਰ ਨੇ ਵੀ ਤਾਰਿਆ ਕਿ ਇਕੱਲੇ ਇਹਨੂੰ ਦੇਵਾ ਰਾਮ ਨੂੰ ਹੀ ਤਾਰਿਆ ਸੀ ਜਿਹਦੀ ਗੱਲ ਕਰਦੇ? ਕਹਿੰਦਾ ਬਹੁਤ ਨੂੰ ਤਾਰਿਆ। ਹੋਰ ਨੂੰ ਕੀ ਉਹਨੂੰ ਤਾਰਿਆ? ਕਹਿੰਦਾ ਹੋਰ ਦੀ ਮਿਸਾਲ ਦੇ। ਅੱਗੇ ਹੁਣ ਦੱਸਦੇ ਹਨ, ਅਸਥਾਈ ਦੇ ਕੇ ਫਰਮਾਨ ਕਰਦੇ ਨੇ, ਤਾਰੀ ਲੈ ਗਨਕਾ ਬਿਨ ਰੂਪ ਕੁਬਜਾ। ਕਹਿੰਦਾ ਕਿੰਨਿਆਂ ਕਿਦੇ ਨਾਮ ਲਵਾਂ, ਇਹ ਰਾਮ ਦੇ ਨਾਮ ਦੇ ਨਾਲ ਗਨਕਾ ਤਰੀ ਬਿਸਵਾ, ਉਹਨੂੰ ਵੀ ਤਾਰੀ ਲੈ ਤਾਰਨਾ ਕੀਤਾ ਸੀ। ਤੇ ਬਿਨ ਰੂਪ, ਸੁੰਦਰ ਸਰੂਪ ਤੋਂ ਬਿਨਾ ਕੋਝਾ ਰੂਪ ਸੀ, ਕੁੱਬੀ ਸੀ ਜਿਹੜੀ ਕੁਬਜਾ, ਇਹ ਕੰਸ ਦੀ ਦਾਸੀ ਸੀ, ਉਹਨੂੰ ਵੀ ਤਾਰਨਾ ਕੀਤਾ। ਤੇ ਹੋਰ ਦੱਸਦੇ ਹਨ, ਬਿਆਦ ਅਜਾਮਲ ਤਾਰੀਅਲੇ, ਬਿਆਦ ਸ਼ਿਕਾਰੀ ਸੀ, ਉਹਨੂੰ ਤਾਰਨਾ ਕੀਤਾ। ਅਜਾਮਲ ਪਾਪੀ ਸੀ ਬਹੁਤ ਵੱਡਾ, ਤੇ ਉਹਨੂੰ ਵੀ ਤਾਰੀ ਵਾਲੇ ਧਾਰਨਾ ਕੀਤਾ। ਇਸ ਕਰਕੇ ਗਨਕਾ ਤਰੀ, ਕੁਬਜਾ ਤਰੀ, ਬਿਆਨ ਤਰਿਆ, ਅਜਾਮਲ ਤਰਿਆ, ਚਾਰ ਭਗਤਾਂ ਦੀ ਪ੍ਰਮਾਤਮਾ ਦੀ ਪ੍ਰਾਪਤੀ ਵਾਲਿਆਂ ਦੇ ਇੱਕੋ ਹੀ ਤੁਕ ਦੇ ਵਿੱਚ ਉਹਨਾਂ ਦੀ ਗੱਲ ਕੀਤੀ। ਇਹਦੇ ਵਿੱਚ ਪਹਿਲਾਂ ਗਨਕਾ ਦੀ ਗੱਲ ਲੈਨੇ ਆ। ਇਹ ਬੇਸਬਾ ਪੁਰਾਣੇ ਸਮੇਂ ਦੇ ਅੰਦਰ ਰਾਜੇ ਲੋਕਾਂ ਨੇ ਸ਼ਹਿਰਾਂ ਦੇ ਅੰਦਰ ਬਾਜ਼ਾਰ ਬਣਾਏ ਹੋਏ ਸੀ, ਉਹਨੂੰ ਬੇਸਬਾ ਦੇ ਬਾਜ਼ਾਰ ਕਿਹਾ ਜਾਂਦਾ ਸੀ। ਅੱਜ ਵੀ ਤੁਸੀਂ ਕੁਝ ਸ਼ਹਿਰਾਂ ਵਿੱਚ ਜਾਓਗੇ, ਉਹ ਨਾਮ ਉਸੇ ਤਰ੍ਹਾਂ ਪ੍ਰਚਲਿਤ ਹੈ। ਮਲੇਰਕੋਟਲੇ ਇੱਕ ਸ਼ਹਿਰ ਦਾ ਨਾਮ ਕੰਜਰਾਂ ਦਾ ਬਾਜ਼ਾਰ ਹੈ ਹੁਣ ਤੱਕ, ਬੇਸਬਾ ਰਹਿੰਦੀਆਂ ਸੀ ਕਿਸੇ ਵੇਲੇ, ਹੁਣ ਤੱਕ ਉਹਦਾ ਬਾਜ਼ਾਰ ਦਾ ਨਾਮ। ਉਹ ਕਾਰਨ ਕੀ ਸੀ? ਵੀ ਰਾਜਾ ਨੇ ਕਿਹਾ ਵੀ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਵਚਾਰ ਨਾ ਹੋਵੇ, ਕਿਸੇ ਨਾਲ ਧੱਕਾ ਨਾ ਹੋਵੇ। ਜਿਹੜੇ ਕਾਮੀ ਪੁਰਸ਼ ਨੇ ਉਹਨਾਂ ਨੇ ਆਪਣੀ ਵਾਸਨਾ ਦਾ ਪੂਰੀ ਕਰਨੀ ਹੁੰਦੀ ਹੈ, ਵੀ ਕਿਸੇ ਸਤੀ ਦਾ ਸਤ ਭੰਗ ਨਾ ਕਰਨ, ਕਿਸੇ ਨਾਲ ਜ਼ਬਰ ਜਨਾਹ ਨਾ ਹੋਵੇ। ਇਹਦੀ ਸਜ਼ਾ ਬਹੁਤ ਵੱਡੀ ਸੀ। ਇਸ ਲਈ ਭਾਈ ਜਿਹਨੇ ਵਾਸਨਾ ਪੂਰੀ ਕਰਨੀ ਹੈ, ਇਹ ਇਹਨਾਂ ਨੂੰ ਆਗਿਆ ਦਿੱਤੀ ਹੁੰਦੀ ਸਰਕਾਰ ਵੱਲੋਂ। ਹੁਣ ਵੀ ਬਹੁਤ ਸਾਰੇ ਥਾਂ ਤੇ ਹੈ ਐਸਾ। ਤੇ ਉਹ ਬੇਸਬਾ ਆਪਣਾ ਧੰਦਾ ਕਰਨ ਵਾਲੀ ਸੀ। ਬਰਸਾਤ ਦੀ ਰੁੱਤ ਆ ਗਈ, ਇੱਕ ਮਹਾਤਮਾ ਜੰਗਲ ਵਿੱਚ ਤਪੱਸਿਆ ਕਰਦਾ, ਉਹਦੇ ਕੋਲ ਇੱਕ ਤੋਤਾ ਸੀ। ਉਹ ਤੋਤੇ ਦੁਆਰਾ, ਤੋਤਾ ਉਹਨੇ ਸਿਖਾਲਿਆ ਹੋਇਆ ਸੀ ਰਾਮ ਰਾਮ ਕਹਿਣ। ਹੁਣ ਅੱਜ ਦੀ ਤਾਰੀਖ ਦੇ ਵਿੱਚ ਅਨੇਕਾਂ ਤੋਤਿਆਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਜੋ ਧੰਨ ਧੰਨ ਬਾਬਾ ਦੀਪ ਸਿੰਘ ਕਹਿਣ, ਜੋ ਵਾਹਿਗੁਰੂ ਵਾਹਿਗੁਰੂ ਦੇ ਰੱਟ ਲਾਉਣ, ਇਹ ਤਾਂ ਇੰਟਰਨੈਟ ਤੇ ਪਾਏ ਹੋਏ ਨਹੀਂ ਹੈ ਗੱਲਾਂ ਸਾਰੀਆਂ। ਰਾਮ ਰਾਮ ਦਾ ਜਾਪ ਉਹ ਕਰਾਉਂਦਾ, ਉਹਦੇ ਬਹਾਨੇ ਵੀ ਮੈਨੂੰ ਸੁਸਤੀ ਨਾ ਪਵੇ। ਉਹ ਤੋਤਾ ਵੀ ਉਸੇ ਤਰ੍ਹਾਂ ਗਿੱਝ ਗਿਆ। ਬਰਸਾਤ ਹੀ ਨਹੀਂ ਹੋਈ, ਉਹਦੇ ਛਪਰੇ 'ਚ ਪਾਣੀ ਭਰ ਗਿਆ, ਛੱਪਰ 'ਚ ਆਉਣ ਲੱਗ ਗਿਆ। ਉਹਨੇ ਕਿਹਾ ਵੀ ਇਹਦਾ ਵਿਚਾਰੇ ਦਾ ਥੋੜਾ ਜਿਹਾ ਬਚਾਅ ਕਰਾਂ। ਮੈਂ ਤੋਤੇ ਦੇ ਪਿੰਜਰੇ ਨੂੰ ਚੁੱਕਿਆ ਤੇ ਸ਼ਹਿਰ ਵੱਲ ਆ ਗਿਆ, ਤੇ ਬਾਰਿਸ਼ ਤੇਜ਼ ਹੋ ਗਈ, ਮਹਾਤਮਾ ਦੇ ਵਸਤਰ ਭਿੱਜ ਗਏ। ਚਲੋ ਉਹਨੇ ਤੋਤੇ ਨੂੰ ਥੋੜਾ ਬਹੁਤ ਬਚਾ ਕੇ ਰੱਖਿਆ, ਕੱਪੜਾ ਉੱਪਰ ਤਾਣ ਕੇ, ਪਰ ਆਪ ਭਿੱਜ ਗਿਆ। ਸ਼ਾਮ ਵਕਤ ਉਹਨੇ ਕਿਹਾ ਵੀ ਅੱਜ ਦੀ ਰਾਤ ਜੇ ਕਿਤੇ ਇੱਥੇ ਕੋਈ ਧਰਮਸਾਲ ਹੋਵੇ। ਉੱਥੇ 5-4 ਮਸਟੰਡੇ ਬੈਠੇ ਸੀ ਜਿਹੜੇ ਸਾਧੂਆਂ ਦਾ ਵੀ ਲਿਹਾਜ਼ ਨਹੀਂ ਕਰਦੇ। ਉਹਨੇ ਕਿਹਾ ਵੀ ਪ੍ਰੇਮੀਓ, ਕੋਈ ਰਹਿਣ ਦੀ ਜਗ੍ਹਾ, ਧਰਮਸਾਲ, ਟਿਕਾਣਾ? ਕਹਿੰਦੇ ਹਾਂ ਜੀ, ਬਹੁਤ ਵਧੀਆ ਟਿਕਾਣਾ ਸਾਡੇ ਦਾ ਹੈ। ਕਿ ਬੇਸਵਾ ਦੇ ਘਰ ਕਨੀ ਉਂਗਲ ਕਰਦੀ, ਕਹਿੰਦੇ ਉੱਥੇ ਬਹੁਤ ਵਧੀਆ ਟਿਕਾਣਾ ਹੈ। ਉਹ ਸੰਤ ਉੱਥੇ ਚਲੇ ਗਏ, ਸਿੱਧੇ ਸਵਾਦੀ ਦੇ ਮੂਹਰੇ ਬਾਦ ਰਾਜਾ ਸੀ, ਉੱਥੇ ਜਾ ਖੜੇ ਹੋਏ। ਬੇਸਵਾ ਨੇ ਪਹਿਲਾਂ ਤਾਂ ਦੇਖਿਆ ਵੀ ਕੋਈ ਗਾਹਕ ਆਇਆ। ਜਦ ਉਹਨੇ ਦੇਖੇ ਭਗਵੇਂ ਕੱਪੜੇ, ਕੁਛ ਕੋਲ ਹੈ, ਵੀ ਇਹ ਗੱਲ ਲੱਗਦੀ ਤਾਂ ਹੈ ਨਹੀਂ।
ਵੀ ਚਲੋ ਹੋ ਸਕਦਾ ਵਾਸਨਾ ਦਾ ਕਿਸੇ ਨੂੰ ਵੀ ਉੱਠ ਸਕਦੀ ਹੈ। ਉਹਨੇ ਦਰਵਾਜ਼ਾ ਖੋਲ੍ਹਤਾ। ਜਦੋਂ ਉਹਨੇ ਠਾਠ ਬਾਠ ਦੇਖਿਆ, ਉਹਨੇ ਕਿਹਾ ਵੀ ਮੈਂ ਗਲਤ ਜਗ੍ਹਾ ਆ ਗਿਆ। ਸੰਤ ਨੂੰ ਵੀ ਸਮਝ ਆ ਗਈ ਵੀ ਇਹ ਗੱਲ ਠੀਕ। ਉਹਨੇ ਕਿਹਾ ਵੀ ਚਲੋ ਕੋਈ ਬਾਤ ਨਹੀਂ, ਲੋਕੀ ਬਦਨਾਮੀ ਕਰਨਗੇ, ਕਰੀ ਜਾਣ, ਵੀ ਮੈਂ ਆਪਣੇ ਆਪ ਨੂੰ ਸੱਚਾ ਰੱਖੂ। ਉਹਨੇ ਕਿਹਾ ਮਹਾਤਮਾ ਜੀ ਉੱਥੇ ਆ ਜਾਓ। ਤੇ ਉਹਨੇ ਕਹਿਣ ਲੱਗੇ, ਕਹਿੰਦੇ ਪੁੱਤਰੀ ਇਹ ਮੈਂ ਇੱਥੇ ਹੀ ਠੀਕ ਹੈ, ਰਾਤ ਹੀ ਕੱਟਣੀ ਹੈ ਬਰਾਂਡੇ 'ਚ। ਪੁੱਤਰੀ ਕਹਿਣ ਦੇ ਨਾਲ ਕਹਿੰਦੇ ਬੇਸਬਾ ਕਠੋਰ ਚਿੱਤ ਤੇ ਜਿਹਨੇ ਸਾਰੀ ਜ਼ਿੰਦਗੀ ਜਿਸਮ ਵੇਚਿਆ, ਜਿਉਂ ਵਿਧਵਾ ਤਨ ਪਰ ਕੋ ਦੇਈ, ਕਾਮ ਦਾਮ ਚਿਤ ਪਰਵਸ ਸੇ ਰੋ ਪਈ। ਉਹ ਕਹਿੰਦੇ ਪੁੱਤਰੀ ਰੋਂਦੀ ਕਿਉਂ ਹੈ? ਕਹਿਣ ਲੱਗੀ ਮਹਾਤਮਾ ਜੀ ਜਿਨ੍ਹਾਂ ਨੇ ਮੈਨੂੰ ਜੰਮਿਆ, ਮੈਨੂੰ ਤਾਂ ਉਹਨਾਂ ਨੇ ਪੁੱਤਰੀ ਨਹੀਂ ਕਦੇ ਕਿਹਾ। ਐ ਸ਼ਬਦ ਨੂੰ ਮੇਰੇ ਕੰਨ ਤਰਸ ਗਏ, ਪਰ ਮੈਨੂੰ ਮੇਰਾ ਧੰਦਾ ਹੀ ਐਸਾ ਹੈ। ਮਹਾਤਮਾ ਜੀ ਤੁਹਾਡੇ ਜੀਵਨ ਨੂੰ ਦਾਗ ਲੱਗ ਜਾਊ, ਵੀ ਇਸ ਕਰਕੇ ਤੁਸੀਂ ਕਾਹਨੂੰ ਮੇਰੇ ਇੱਥੇ ਆਉਣਾ ਸੀ? ਕਹਿਣ ਲੱਗੇ ਬੇਟਾ ਬਈ ਜਿਹੜੇ ਬੰਦਗੀ ਕਰਨ ਵਾਲੇ ਨੇ, ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਫਿਰ ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਕੋਈ ਪੁੰਨੀ ਪਾਪੀ ਨਹੀਂ ਰਹਿੰਦਾ। ਉਹਨੇ ਕਿਹਾ ਮਹਾਤਮਾ ਜੀ ਫਿਰ ਇੱਥੇ ਪਾਪੀ ਤਾਂ ਆਉਂਦੇ ਹੀ ਰਹੇ ਨੇ, ਅੱਜ ਤੁਸੀਂ ਆਏ ਨੂੰ ਰਾਤ ਇੱਥੇ ਉੱਠੇ। ਉਹਨੇ ਮਹਾਤਮਾ ਨੂੰ ਗਰਮ ਪਾਣੀ ਕੀਤਾ, ਇਸ਼ਨਾਨ ਕਰਾਇਆ, ਤੋਤੇ ਨੂੰ ਸਿਖਾਇਆ ਜਿਹੜੇ ਉਹਦੇ ਮਾੜੇ ਮੋਟੇ ਖੰਭ ਭਿੱਜੇ ਹੋਏ ਸੀ। ਉਹਨੇ ਕਿਹਾ ਮਹਾਤਮਾ ਜੀ ਮੇਰਾ ਖਾਣਾ ਤਾਂ ਨਹੀਂ। ਉਹ ਕਹਿੰਦੇ ਮੈਂ ਖਾਣਾ ਵੀ ਕੁਛ ਨਹੀਂ, ਇਸ ਤਾਂ ਕੰਦ ਮੂਲ ਖਾਧਾ ਹੋਇਆ, ਕੋਈ ਲੋੜ ਨਹੀਂ ਖਾਣ ਦੀ। ਉਹ ਫਿਰ ਕਹਿਣ ਲੱਗੀ ਮਹਾਤਮਾ ਜੀ ਵੀ ਕੀ ਮੇਰੇ ਬਾਰੇ ਪਾਪੀਆਂ ਦਾ ਵੀ ਉਧਾਰ ਹੋ ਸਕਦਾ? ਉਹ ਕਹਿੰਦੇ ਹਾਂ ਪੁੱਤਰੀ ਕਿਉਂ ਨਹੀਂ। ਕਹਿੰਦੇ ਫਿਰ ਮੈਨੂੰ ਦੱਸੋ, ਮੈਂ ਅੱਕ ਗਈਆਂ ਹੁਣ ਇਸ ਧੰਦੇ ਤੋਂ। ਕਹਿੰਦੇ ਤੇਰੇ ਕਰਮ ਜਾ ਗਿਆ ਏ, ਅਚਾਨਕ ਮੇਰਾ ਮੇਲ ਹੋਇਆ। ਕਹਿੰਦੇ ਅੱਜ ਤੋਂ ਪਰਨ ਕਰ ਲੈ, ਵੀ ਅੱਜ ਤੋਂ ਬਾਅਦ ਮਾੜਾ ਕੰਮ ਨਹੀਂ ਕਰਨਾ। ਕਹਿੰਦੇ ਜੀ ਮੈਂ ਪਰਨ ਕਰਦੀ ਹਾਂ, ਰੱਬ ਨੂੰ ਜਾਮਨ ਲੈ ਕੇ ਅੱਜ ਤੋਂ ਬਾਅਦ ਕੋਈ ਵੀ ਇਸ ਧੰਦੇ ਵਾਲਾ ਆਏਗਾ ਮੈਂ ਅੰਦਰ ਨਹੀਂ ਵੜਨ ਦੇਵਾਂਗੀ। ਮੈਂ ਛੱਡਿਆ ਧੰਦਾ, ਬਥੇਰੀ ਮਾਇਆ ਕਮਾਈ ਕੀ ਕਰਨੀ ਹੈ। ਕਹਿੰਦੇ ਇਹ ਵੀ ਗਰੀਬਾਂ ਨੂੰ ਵੰਡਦੇ, ਇਹ ਪਾਪਾਂ ਦੀ ਆ ਕਮਾਈ, ਕੀ ਕਰਨਾ? ਕਹਿੰਦੇ ਤੋਤੇ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇੱਕ ਪਹਿਰ ਤੂੰ ਰਾਮ ਕਹੀਂ, ਇਹ ਵੀ ਕਹੂਗਾ, ਕਹਾ ਕੇ ਦੇਖ ਲੈ। ਉਹਨੇ ਕਿਹਾ ਇਹਦਾ ਨਾਂ ਕੀ ਹੈ ਜੀ? ਕਹਿੰਦੇ ਗੰਗਾ। ਕਹਿੰਦੇ ਗੰਗਾ ਰਾਮ ਕਹਿ ਰਾਮ। ਕਹਿੰਦਾ ਰਾਮ, ਫੇਰ ਰਾਮ। ਉਹ ਖੁਸ਼ ਹੋ ਗਈ, ਕਹਿੰਦੀ ਜੀ ਚਲੋ ਮੇਰੇ ਕਿਹੜਾ ਇੱਥੇ ਜਵਾਕ ਬੈਠੇ ਐ, ਮੈਂ ਨਾਲੇ ਪਰਚੀ ਹੋਏ। ਸੰਤ ਉਹ ਦੇ ਕੇ ਤੋਤਾ ਚਲੇ ਗਏ। ਸਮਾਂ ਲੰਘਿਆ, ਰੋਜ਼ ਰਾਮ ਰਾਮ ਕਹਿੰਦੀ ਕਹਿੰਦੀ ਦੇ ਅੰਦਰ ਤੋਂ ਸੁੱਧਤਾ ਆਉਣੀ ਸ਼ੁਰੂ ਹੋ ਗਈ, ਅੰਦਰ ਵਿਰਾਗ ਆਉਣਾ ਸ਼ੁਰੂ ਹੋ ਗਿਆ। ਵਿਸ਼ੇ ਵਾਸਨਾ, ਧਨ ਵਾਸਨਾ, ਲੋਕ ਵਾਸਨਾ ਖਤਮ ਹੋ ਗਈ। ਹੁਣ ਭਾਦਰੋਂ ਦਾ ਮਹੀਨਾ, ਕਿਉਂਕਿ ਬਰਸਾਤ ਸੀ ਨਾ ਜਦੋਂ ਗਏ, ਭਾਦਰੋਂ ਦੇ ਮਹੀਨੇ ਕਿਤੇ ਇੱਕ ਅਜਿਹਾ ਜ਼ਹਿਰੀਲਾ ਸੱਪ, ਉਹ ਬਹੁਤ ਘੱਟ ਕਿਸਮਾਂ ਨੇ ਜਿਹੜੀਆਂ ਇੰਨੀ ਜਲਦੀ ਜ਼ਹਿਰ ਛੱਡਦੇ। 10-15 ਮਿੰਟ ਦੇ ਵਿੱਚ ਵਿੱਚ ਕੋਈ ਸੱਪ ਇਹੋ ਜਿਹੇ ਨੇ ਡੰਗ ਮਾਰ ਕੇ ਕਹਿੰਦੇ ਦੇਖੀ ਉੱਤੇ ਨਾ ਡਿੱਗਦੀ ਮੇਰੇ, ਇੰਨੀ ਜਲਦੀ ਜ਼ਹਿਰ ਦਾ ਅਸਰ ਹੁੰਦਾ ਹੈ। ਉਹ ਕੋਬਰਾ ਸੱਪ ਕਿਤੇ ਆ ਕੇ ਪਿੰਜਰੇ 'ਚ ਵੜ ਗਿਆ, ਮੱਛਰ ਦਾ ਸਤਾਇਆ ਹੋਇਆ ਪਿੰਜਰੇ 'ਚ ਵੜ ਗਿਆ। ਆ ਕੇ ਪਿੰਜਰੇ 'ਚ ਵੜ ਕੇ ਉਹਨੇ ਤੋਤਾ ਖਾ ਲਿਆ। ਤੇ ਸੱਪ ਦੇ ਵਿੱਚ ਇਹ ਸ਼ਕਤੀ ਹੈ ਵੀ ਉਹ ਵੱਡਾ ਜਿਹੜਾ ਸੱਪ ਹੈ ਜਿਉਂਦੇ ਜਾਨਵਰ ਨੂੰ ਅੰਦਰ ਨਿਗਾਰ ਲੈਂਦਾ ਹੈ। ਉਹਦਾ ਰਾਸ਼ਨ ਸੀ, ਜੀਆਂ ਕਾ ਹਰਜੀ ਕਰੇ। ਉਹ ਉੱਤੇ ਤੋਤੇ ਨੂੰ ਖਾ ਕੇ ਉੱਥੇ ਬੈਠ ਗਿਆ ਪਿੰਜਰੇ ਦੇ ਵਿੱਚ। ਅੱਗੇ ਕਿਹੜਾ ਲਾਈਟਾਂ ਹੁੰਦੀਆਂ ਸੀ, ਬਿਜਲੀ ਹੁੰਦੀ ਸੀ। ਦੀਵਾ ਉਹ ਵੀ ਰਾਤ ਨੂੰ ਬੁਝਾ ਦਿੰਦੇ ਸੀ। ਸਵੇਰ ਦਾ ਵੇਲਾ ਹੋਇਆ, ਉਹ ਉੱਠੀ, ਉੱਠ ਕੇ ਉਹਨੇ ਕਿਹਾ ਗੰਗਾ ਰਾਮ ਕਹਿ ਰਾਮ ਰਾਮ। ਉੱਠਦੀ ਉਹ ਕਹਿੰਦੀ ਸੀ, ਕਿਉਂਕਿ ਸੰਤਾਂ ਦਾ ਵਚਨ ਸੀ, ਉੱਠਣ ਸਾਰ ਰਾਮ ਰਾਮ ਕਹਿਣਾ ਸ਼ੁਰੂ ਕੀਤਾ। ਉਹ ਬੋਲੇ ਹੀ ਨਾ। ਉਹਨੇ ਕਿਹਾ ਵੀ ਗੰਗਾ ਰਾਮ ਖਾਨੀ ਸੁੱਤਾ ਹੀ ਪਿਆ। ਉਹ ਪਿੰਜਰੇ ਦੇ ਵਿੱਚ ਹੱਥ ਪਾ ਕੇ ਵੀ ਐਂ ਥਾਪੜਦਾ ਉਹਨੂੰ ਜਗਾ ਦਾਂ, ਤੇ ਸੱਪ ਪਹਿਲਾਂ ਹੀ ਸਾਵਧਾਨ ਹੋਇਆ ਬੈਠਾ ਸੀ। ਉਹਨੇ ਮਾਰਿਆ ਡੰਗੋਲਾ ਕੇ ਛੱਡਤੀ। ਉਸ ਵੇਲੇ ਗੰਗਾ ਸ਼ਬਦ ਤਾਂ ਹੈ ਨਹੀਂ ਸੀ, ਗੰਗਾ ਰਾਮ ਤੇ ਮੂੰਹ ਦੇ ਸੀ ਰਾਮ 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 ਰਾਮ। ਇਹ ਵੀ ਪਤਾ ਲੱਗ ਗਿਆ ਵੀ ਹੁਣ ਸੱਪ ਮੇਰੇ ਲੜ ਗਿਆ, ਅੰਤ ਵੇਲਾ ਹੈ। ਬਸ ਉਹ ਥੋੜੇ ਜਿਹੇ ਮਿੰਟਾਂ ਦੇ ਵਿੱਚ ਇਹ ਜ਼ਹਿਰ ਚੜ੍ਹ ਗਈ। ਜਦੋਂ ਮਰੀ ਉਸ ਵੇਲੇ ਮੁੱਖ ਦੇ ਵਿੱਚ ਰਾਮ ਰਾਮ ਸ਼ਬਦ ਸੀ। ਨਾਮਦੇਵ ਜੀ ਕਹਿੰਦੇ ਆ, ਕਹਿੰਦੇ ਉਹ ਰਾਮ ਦੇ ਨਾਮ ਨਾਲ ਗਣਕਾ ਤਰੀ। ਤੇ 10ਵੀਂ ਵਾਰ ਜਿਹੜੀ ਭਾਈ ਗੁਰਦਾਸ ਸਾਹਿਬ ਜੀ ਦੀ ਹੈ ਉਹ ਲਿਖਦੇ ਆ,
ਗਨ ਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨਚਕ ਗਨ ਕਾ ਬਾੜੇ ਆਏ ਖਲੋਤਾ। ਮਹਾਤਮਾ ਆਏ ਸੀ ਨਾ ਉੱਥੇ, ਸਾਰਾ ਨਿਚੋੜ ਕੱਢਿਆ ਭਾਈ ਸਾਹਿਬ। ਦੁਰਮੰਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣਜ ਸੋਤ। ਲਿਵ ਲਾਗੀ ਤਿਸ ਤੋਤੇ ਹੋਂ ਨਿਤ ਪੜਾਏ ਕਰੈ ਅਸੋਤਾ। ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਬਰ ਧੋਤਾ। ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਧੋ ਸਗੋਤਾ। ਗਈ ਬੈਕੁੰਠ ਬਿਵਾਨ ਚੜ ਨੌ ਨਾਰਾਇਣ ਛੋਤ ਛੋਤਾ। ਥੌ ਨਿਥਾਵੇ ਮਾਨ ਮਨੋਤਾ। ਭਾਈ ਸਾਹਿਬ ਨੇ ਸਾਰੀ ਸਾਖੀ ਦਾ ਨਿਚੋੜ ਕੱਢੇ ਤੇ ਇਹ ਦੋ ਵਿਸਵਾ ਹੋਈਆਂ। ਇੱਕ ਦੂਸਰੀ ਸੀ ਜਿਹੜੀ ਉਹ ਮਹਾਰਾਜੇ ਜਨਕ ਦੇ ਵੇਲੇ ਹੋਈ ਹੈ, ਉਹਦਾ ਨਾਮ ਸੀ ਪਿੰਗਲਾ। ਇਹ ਜਨਕਪੁਰੀ ਦੇ ਵਿੱਚ ਰਹਿੰਦੀ ਸੀ ਤੇ ਰਾਤ ਨੂੰ ਕੋਈ ਵੀ ਕਾਮੀ ਪੁਰਖ ਨਾ ਮਿਲਿਆ, ਅੱਧੀ ਰਾਤ ਤੱਕਦੀ ਐਸੀ। ਚਲੋ ਇਹਨੂੰ ਵੀ ਕਹਿੰਦੇ ਨੇ ਮਹਾਤਮਾ ਦੀ ਸੰਗਤ ਕੋ ਹੋਈ ਸੀ। ਇਹਨੇ ਪੁੱਛਿਆ ਮੇਰਾ ਆਧਾਰ ਕਿਵੇਂ ਹੁੰਦਾ ਹੈ? ਉਹ ਕਹਿੰਦੀ ਇਹ ਧੰਦਾ ਛੱਡ ਦੇ, ਆਪਣਾ ਪਤੀ ਬਣਾ ਲੈ ਕਿਸੇ ਨੂੰ, ਉਹਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ। ਉਹਦੇ ਕਹਿੰਦੇ ਨੇ ਭਗਵਾਨ ਨੇ ਮਹਾਂਪੁਰਖਾਂ ਦੀ ਪੈਜ ਰੱਖਣੀ ਸੀ ਵੀ ਇਹਨੂੰ ਤਾਰਨਾ ਹੈ। ਬਿਰਧ ਰੂਪ ਧਾਰਨ ਕਰਕੇ ਉਹ ਕਹਿੰਦੇ ਆਖੇ ਪਤੀ ਕਿਹਨੂੰ ਤਾਰਨਾ? ਜਿਹੜਾ ਮੂਹਰੇ ਸਾਹਮਣੇ ਤੈਨੂੰ ਮਿਲ ਜਾਏ। ਉਹ ਭਗਵਾਨ ਜੀ ਆਪ ਇਸ ਤਰ੍ਹਾਂ ਕਹਿੰਦੇ ਬਿਰਧ ਰੂਪ ਧਾਰਨ ਕਰਕੇ ਮਿਲੇ। ਉਹਨੇ ਪਤੀ ਮੰਨ ਕੇ ਜਿਉਂ ਸੇਵਾ ਕਰਨ ਲੱਗੀ, ਕਹਿੰਦੇ ਉਹ ਜਾਣ ਬੁੱਝ ਕੇ ਜਿਵੇਂ ਜਿਸਮ ਤੇ ਕੋੜ ਫੁੱਟ ਗਿਆ ਇਸ ਤਰ੍ਹਾਂ ਦੀ ਹਾਲਤ ਦਿਖਾਤੀ, ਦਸਤ ਲੱਗ ਗਏ, ਉਲਟੀਆਂ। ਉਹਦਾ ਪਾਪ ਸਾਰਾ ਸੇਵਾ ਕਰਾ ਕਰਾ ਕੇ ਭਗਵਾਨ ਜੀ ਨੇ ਧੋ ਦਿੱਤਾ। ਤੇ ਅਖੀਰ ਦੇ ਵਿੱਚ ਫਿਰ ਉਹਨੂੰ ਕਹਿਣ ਲੱਗੇ ਵੀ ਤੂੰ ਮੇਰੀ ਬਹੁਤ ਸੇਵਾ ਕੀਤੀ ਹੈ, ਮੰਗ ਜੋ ਕੁਛ ਮੰਗਦੀ ਹੈ, ਮੈਂ ਤੇਰਾ ਪਤੀ ਪੁਤੀ ਕੋਈ ਨਹੀਂ। ਗੱਲ ਤਾਂ ਇਹ ਆ ਵੀ ਮੈਂ ਤਾਂ ਆਪਣੇ ਸੰਤ ਦੀ ਪੈਜ ਰੱਖਣ ਵਾਸਤੇ ਤੇਤੋਂ ਗੰਦ ਧੁਆ ਕੇ ਸੇਵਾ ਕਰਾ ਕੇ ਤੇਰੇ ਪਾਪਾਂ ਦੀ ਮੈਲ ਦੂਰ ਕੀਤੀ ਹੈ। ਉਹਦਾ ਉਧਾਰ ਕਰ ਦਿੱਤਾ ਸੀ। ਤੇ ਉਹ ਵੀ ਤੁਰੀ। ਇਸ ਕਰਕੇ ਅਜਾਮਲ ਪਿੰਗਲਾ ਲੁਵਤ ਕੁੰਚਰ ਗਏ ਹਰ ਕੈ ਪਾਸ। ਇਹ ਵੀ ਤਰੇ ਗਨ ਕਾ ਉਦਰੀ ਹਰ ਕਹਿ ਤੋਤ। ਜੇ ਸਿਮਰਤ ਗਨ ਕਾ ਸੀ ਉਦਰੀ ਤਾ ਕੋ ਜਸ ਉਰ ਧਾਰੋ। ਨੌਵੇਂ ਪਾਤਸ਼ਾਹ ਨੇ ਫਰਮਾਨ ਕੀਤਾ ਹੈ। ਇਸ ਕਰਕੇ ਨਾਮਦੇਵ ਜੀ ਕਹਿਣ ਲੱਗੇ ਤੇ ਗਨ ਕਾ ਤਰੀ, ਰਾਮ ਕਹਿਣ ਵਾਲੇ ਕਿਉਂ ਨਹੀਂ ਤਰਨਗੇ? ਉਹ ਪ੍ਰਸ਼ਨ ਕਰਨ ਵਾਲਾ ਕਹਿੰਦੇ ਇਹ ਗਨ ਕਾ ਸੁੰਦਰ ਸਰੂਪ ਸੀ ਜਿਆਦੇ ਤਾਂ ਤਾਰ ਦਿੱਤੀ? ਕਹਿੰਦੇ ਨਹੀਂ, ਪਰਮੇਸ਼ਰ ਕਿਤੇ ਰੂਪ ਤੇ ਲੁਭਾਇਮਾਨ ਨਹੀਂ ਹੁੰਦਾ, ਅੰਦਰ ਲੇਪ ਹੈ, ਨਿਰਖੋਭ ਹੈ। ਬਿਨ ਰੂਪ ਕੁਬਜਾ। ਜੇ ਤੂੰ ਆਹੀ ਗੱਲ ਕਹਿੰਦਾ ਫਿਰ ਮੈਂ ਤੈਨੂੰ ਗਾਂ ਮਿਸਾਲ ਦਿੰਦਾ। ਨਾਮਦੇਵ ਜੀ ਕਹਿੰਦੇ ਕੁਬਜਾ ਦਾ ਤਾਂ ਕੋਝਾ ਰੂਪ ਸੀ, ਉਹ ਵੀ ਤਾਂ ਤਾਰੀ ਹੈ। ਇਹ ਦੁਆਪਰ ਦੇ ਅੰਦਰ ਜੋ ਭਗਵਾਨ ਕ੍ਰਿਸ਼ਨ ਜੀ ਨੇ ਅਵਤਾਰ ਲਿਆ, ਇਹਨਾਂ ਦਾ ਮਾਮਾ ਸੀ ਕੰਸ। ਕੰਸ ਦੀ ਦਾਸੀ ਸੀ ਜਿਹਦਾ ਰੂਪ ਜਿਹੜਾ ਵਿਚਾਰੀ ਦਾ ਕੁੱਬਾ ਹੋਣ ਕਰਕੇ ਬੜੀ ਕੁਬੜੀ ਉਹ ਕਹਿੰਦੇ ਸੀ, ਕੁਬਜਾ ਕਹਿੰਦੇ ਸੀ। ਇਹਦਾ ਨਾਮ ਕੁਬਜਾ ਤਾਂ ਪਿਆ ਹੈ। ਕੰਸ ਦੇ ਵਾਸਤੇ ਰੋਜ਼ ਤਿਲਕ ਲਾਉਣ ਜਾਂਦੀ ਸੀ, ਚੰਦਨ ਦਾ ਮਾਲਾ ਗਲਦੇ 'ਚ ਪਾਉਂਦੀ ਸੀ, ਕੇਸਰ ਦਾ ਲੇਪ ਕਰਦੀ ਸੀ ਜਾ ਕੇ, ਦਾਸੀ ਸੀ। ਕ੍ਰਿਸ਼ਨ ਭਗਵਾਨ ਜੀ ਮਥੁਰਾ ਜਦੋਂ ਗਏ, ਕੁਬਜਾ ਨੇ ਭਗਵਾਨ ਜੀ ਦਾ ਸਰੂਪ ਦੇਖਿਆ, ਮਨ ਖਿੱਚਿਆ ਗਿਆ ਤੇ ਭਗਵਾਨ ਕ੍ਰਿਸ਼ਨ ਦਾ ਰੂਪ ਦੇਖ ਕੇ ਕਹਿੰਦੀ ਕੰਸ ਦੇ ਦਾ ਰੋਜ਼ ਪਾਉਂਦੇ, ਅੱਜ ਤਾਂ ਮਾਲਾ ਇਹਦੇ ਗਲ 'ਚ ਪਾ ਦਾਂ। ਭਗਵਾਨ ਜੀ ਦਾ ਪੂਜਨ ਕੀਤਾ। ਉਹਨੇ ਕਿਹਾ ਮਾਤਾ ਵੀ ਫਿਰ ਜੇ ਤੂੰ ਮੇਰਾ ਪੂਜਨ ਕੀਤਾ ਹੈ, ਮੈਂ ਕਿਸੇ ਦੀ ਝੋਲੀ ਸਖਣੀ ਨਹੀਂ ਰਹਿਣ ਦਿੱਤੀ। ਤੇ ਕਹਿੰਦੀ ਜੀ ਦਰਸ਼ਨ ਹੋ ਗਏ, ਮੈਨੂੰ ਤਾਂ ਸਭ ਕੁਝ ਮਿਲ ਗਿਆ। ਕਹਿੰਦੇ ਨਹੀਂ, ਉਹਦੇ ਪੈਰ ਦੇ ਉੱਤੇ ਰੱਖਿਆ ਪੈਰ, ਠੋਡੀ ਦੇ ਹੇਠਾਂ ਆਪਣੀ ਦੇ ਕੇ ਨਾ ਇਸ ਤਰ੍ਹਾਂ ਹੱਥ ਦਾ ਸਹਾਰਾ, ਇੱਕੋ ਹੀ ਝਟਕਾ ਮਾਰਿਆ ਤੇ ਕੁੱਬ ਠੀਕ ਕਰਕੇ ਰੱਖ ਦਿੱਤਾ ਤੇ ਨਾਲੇ ਮੁਕਤ ਕਰ ਦਿੱਤੀ। ਇਸ ਕਰਕੇ ਨਾਮਦੇਵ ਜੀ ਕਹਿੰਦੇ ਕੁਬਜਾ ਜਿਹੜੀ ਸੀ ਉਹ ਤਾਂ ਕੋਝੇ ਸਰੂਪ ਵਾਲੀ ਸੀ, ਉਹ ਨਹੀਂ ਤਾਰੀ ਬਿਨ ਰੂਪ ਕੁਬਜਾ। ਉਹ ਪ੍ਰਸ਼ਨ ਕਰਨ ਕਹਿੰਦਾ ਜੀ ਕੁਬਜਾ ਦੇ ਪੁੰਨ ਦੇਖ ਕੇ ਭਗਵਾਨ ਨੇ ਉਧਾਰ ਕੀਤਾ ਹੋਊਗਾ, ਕਿਹੜਾ ਆਪਣੇ ਕੋਲੋਂ ਕੀਤਾ? ਸ਼ੰਕਾਵਾਦੀ ਨਹੀਂ ਖੜਾ ਛੱਡਦਾ ਹੁੰਦਾ, ਉਹ ਸ਼ੰਕਾ ਕਰੀ ਗਿਆ ਨਾਮ ਦੀ ਉੱਤਰ ਦੀ। ਉਹ ਕਹਿੰਦਾ ਜੇ ਤੂੰ ਆ ਗੱਲ ਕਰਦਾ ਹੈ
ਪਰਮੇਸ਼ਰ ਨੇ ਇਕੱਲੇ ਪੁੰਨ ਹੀ ਨਹੀਂ ਦੇਖੇ। ਫਿਰ ਇਉਂ ਦੱਸ, ਵਿਆਧ ਜਿਹੜਾ ਸੀ ਸ਼ਿਕਾਰੀ ਅਤੇ ਅਜਾਮਲ, ਇਹਦੇ ਕਿਹੜੇ ਪੁੰਨ ਸੀ? ਇਹ ਪਾਪੀਆਂ ਦਾ ਨਹੀਂ ਉਧਾਰ ਕੀਤਾ। ਕਹਿੰਦੇ ਜੀ ਉਹ ਕੌਣ ਸੀ? ਉਹ ਕਹਿੰਦੇ ਤ੍ਰੇਤੇ ਯੁੱਗ ਦੇ ਵਿੱਚ ਇੱਕ ਵਿਆਧ ਹੋਇਆ ਸ਼ਿਕਾਰੀ, ਜਿਹਦਾ ਨਾਮ ਲੋਧੀਆ ਸੀ। ਜੰਗਲ ਵਿੱਚ ਅਨੇਕਾਂ ਪੰਛੀ ਜਾਨਵਰਾਂ ਦਾ ਸ਼ਿਕਾਰ ਕਰਦਾ, ਖਾਂਦਾ, ਜਿਹੜੇ ਬਾਕੀ ਦੇ ਹੁੰਦੇ ਵੇਚ ਆਉਂਦਾ ਸੀ। ਇਹਦਾ ਧੰਦਾ ਇਹੀ ਸੀ। ਕਰਦੇ ਕਰਦੇ ਸਮਾਂ ਲੰਘਿਆ। ਇੱਕ ਦਿਨ ਸ਼ਿਕਾਰ ਨਾਲ ਇਹਨੂੰ ਮਿਲਿਆ। ਜੰਗਲ ਵਿੱਚ ਚੰਦਰਕ ਮੁਨੀ ਇੱਕ ਮਹਾਤਮਾ ਰਿਸ਼ੀ ਤਪ ਕਰਦਾ ਸੀ, ਬੜੀ ਭਾਰੀ ਤਪੱਸਿਆ ਕੀਤੀ ਉਹਨੇ, ਅਜੇ ਪਰਮਾਤਮਾ ਮਿਲਿਆ ਨਹੀਂ। ਰੋਂਦਾ ਰਹਿੰਦਾ ਸੀ, ਅਜੇ ਉਸ ਰੱਬ ਨਾਲ ਬੋੜਿਓ ਦੇਖ ਬੰਦੇ ਦੇ ਭਾਵ। ਤੇ ਇਸ ਨੇ ਕਿਹਾ ਵੀ ਮਹਾਤਮਾ ਦੀ ਸੁੱਖ ਵਾਰ ਆ ਜਾਂਦੀ ਹੈ, ਇਹ ਤਾਂ ਨਹੀਂ ਦੇਖਿਆ ਵੀ ਮੇਰਾ ਧੰਦਾ ਕੀ ਹੈ। ਸੰਤਾਂ ਦੀ ਸਮਾਧੀ ਲੱਗੀ, ਹੱਥ ਜੋੜ ਕੇ ਕਹਿੰਦਾ, ਸੰਤ ਜੀ ਜੇ ਮੈਨੂੰ ਬਹੁਤ ਸਾਰਾ ਸ਼ਿਕਾਰ ਮਿਲ ਗਿਆ ਵੀ ਚੌਥਾ ਹਿੱਸਾ ਤੁਹਾਨੂੰ ਦਿਓ ਉਹਦੇ ਚੋਂ। ਉਹ ਜਾ ਕੇ ਸ਼ਿਕਾਰ ਮਿਲ ਗਿਆ ਇਹਨੂੰ, ਬਹੁਤ ਸਾਰੇ ਪੰਛੀ ਫਸ ਗਏ ਤੇ ਲਿਆ ਕੇ ਪੰਡੋਕਲੀ ਬੰਨ੍ਹ ਕੇ ਮਹਾਤਮਾ ਦੇ ਮੂਹਰੇ ਢੇਰੀ ਕਰ ਦਿੱਤੀ। ਸੰਤਾਂ ਦੀ ਖੁੱਲੀ ਸਮਾਧੀ। ਚੰਦਰਕ ਮੁਨੀ ਕਹਿੰਦਾ, ਓਏ ਆਹ ਕੀ ਕਰਿਆ? ਕਹਿੰਦਾ ਜੀ ਤੁਹਾਡੀ ਸੁੱਖ ਸੁੱਖੀ ਸੀ, ਚੌਥਾ ਹਿੱਸਾ ਤਾਂ ਬਣਦਾ ਹੀ ਹੈ, ਜੇ ਅੱਧਾ ਲੈਣਾ ਅੱਧਾ ਲੈ ਲਓ। ਕਹਿੰਦੇ ਉਹ ਪਾਪੀ ਦੁਸ਼ਟਾ, ਜੀਵ ਘਾਤਕ ਕਰਨ ਵਾਲਿਆ, ਕਹਿੰਦੇ ਬੇਜਵਾਨ ਜੀਵਾਂ ਨੂੰ ਮਾਰ ਕੇ ਜੀਭ ਦੇ ਸਵਾਦ ਵਾਸਤੇ ਖਾਣ ਵਾਲਿਆ, ਮੈਂ ਤੈਨੂੰ ਸਰਾਫ ਦੇਵਾਂਗਾ। ਉਹਨੇ ਪੈਰ ਫੜ ਲਏ, ਕਹਿੰਦਾ ਮਹਾਰਾਜ ਇਹ ਮੈਨੂੰ ਸਰਾਫ ਨਾ ਦਿਓ। ਕਹਿੰਦੇ ਜੇ ਮੇਰੀ ਸੁੱਖ ਵਾਰ ਸਕਦੀ ਹੈ ਸਰਾਫ ਵੀ ਤਾਂ ਲੱਗੂ। ਕਹਿੰਦਾ ਜੀ ਹੋਰ ਜੋ ਮਰਜ਼ੀ ਕਰਾ ਲਓ, ਪਰ ਤੁਸੀਂ ਮੈਨੂੰ ਸਰਾਫ ਨਾ ਦਿਓ। ਮਹਾਤਮਾ ਕਹਿੰਦੇ ਚੰਗਾ, ਫਿਰ ਵੀ ਤੈਨੂੰ ਇੱਕ ਗੱਲ ਕਰਕੇ ਬਖਸ਼ ਦੇਣਾ ਮੈਂ। ਹੈ ਕਿ? ਕਹਿੰਦੇ ਇੱਕ ਜਾਨਵਰ ਦਾ ਨਾਂ ਹੈ ਚਤੁਰਭੁਜੀ। ਹੁਣ ਜਾਨਵਰ ਤਾਂ ਹੁੰਦਾ ਨਹੀਂ ਕੋਈ, ਚਤੁਰਭੁਜੀ ਦਾ ਭਗਵਾਨ ਹੈ, ਚਾਰ ਬਾਹਾਂ ਵਾਲਾ ਜਾਨਵਰ। ਕਹਿੰਦੇ ਉਹ ਲਿਆ ਫੜ ਕੇ, ਮੈਨੂੰ ਉਹ ਚਾਹੀਦਾ। ਕਹਿੰਦਾ ਲੈ ਮੈਂ ਉਹ ਲੈ ਆਉਣਾ। ਭਾਗ ਜਾਗੇ, ਜਦੋਂ ਕਿਸੇ ਦੇ ਭਾਗ ਜਾਗੇ ਪੁੱਛ ਕੇ ਨਹੀਂ ਜਾਗਦੇ। ਤੇ ਘਰ ਵਾਲੀ ਕਹਿਣ ਲੱਗੀ ਕੀ ਕਰਦਾ ਹੈ? ਕਹਿੰਦਾ ਵੀ ਚਤੁਰਭੁਜੀ ਜਾਨਵਰ। ਕਹਿੰਦੀ ਤੇਰੀ ਮੱਤ ਮਾਰੀ ਗਈ, ਚਤੁਰਭੁਜੀ ਜਾਨਵਰ ਹੀ ਨਹੀਂ ਹੁੰਦਾ ਕੋਈ। ਕਹਿੰਦਾ ਨਾ, ਰਿਸ਼ੀ ਕਦੇ ਝੂਠ ਨਹੀਂ ਬੋਲਦੇ ਹੁੰਦੇ, ਮੈਂ ਲਿਆਉਂ। ਸਾਰਾ ਦਿਨ ਫਿਰਦਾ ਰਿਹਾ। ਉਹ ਪਿੱਛੇ ਵਿਚਾਰੇ ਖਾਣਾ ਖੁਣਾ ਲੈ ਕੇ ਆਈ ਪਿੱਛੋਂ। ਉਹ ਕਹਿੰਦੀ ਜਾਣਦੇ ਕਿਉਂ? ਤੇ ਉਹ ਕਹਿੰਦਾ ਨਹੀਂ, ਤੂੰ ਆਪਣਾ ਕੰਮ ਕਰ। ਲੱਭਦਾ ਰਿਹਾ, ਲੱਭਦਾ, ਮਿਲਿਆ ਹੀ ਨਾ ਕੋਈ। ਕਹਿੰਦਾ ਵੀ ਹੁਣ ਫਿਰ ਜਿਉਂਦੇ ਨਹੀਂ ਰਹਿਣਾ। ਚਿਖਾ ਬਣਾ ਲਈ। ਚਿਖਾ ਬਣਾ ਕੇ ਉਹਨੂੰ ਜਦੋਂ ਲੱਗਿਆ ਸੜਨ, ਅਜੇ ਅੱਗ ਲਾਈ ਸੀ, ਅੱਗ ਜੇ ਚੜੀ ਨਹੀਂ ਸੀ ਚਿਖਾ ਨੂੰ, ਉੱਪਰ ਬਹਿ ਗਿਆ। ਇੰਨੇ ਨੂੰ ਭਗਵਾਨ ਜੀ ਜਾਨਵਰ ਦਾ ਰੂਪ ਧਾਰਨ ਕਰਕੇ ਚਾਰ ਬਾਹਾਂ ਵਾਲੇ ਹੋ ਕੇ ਆ ਗਏ। ਮਾਰੀ ਛਾਲ। ਕਹਿੰਦਾ ਉਹ ਹੁਣ ਆਪੇ ਆ ਗਿਆ। ਕਹਿੰਦਾ ਮੈਂ ਲੱਭਦਾ ਫਿਰਿਆ, ਕਦੇ ਇੱਧਰਲੀ ਝਾੜੀ ਕਦੇ ਇੱਧਰਲੀ ਝਾੜੀ। ਭਗਵਾਨ ਨੇ ਇਹੋ ਜਿਹਾ ਤਰੀਕਾ ਕੀਤਾ, ਉਹ ਝਾੜੀਆਂ ਦੇ ਵਿੱਚ ਕੰਡੇ ਲੱਗ ਲੱਗ ਕੇ ਸਰੀਰ ਪਰੋਇਆ ਗਿਆ, ਉਹਦੇ ਚੋਂ ਖੂਨ ਦੀਆਂ ਤਤੀਰੀਆਂ ਪੈਂਦੀਆਂ ਨੇ, ਕਦੇ ਇੱਧਰ ਨੂੰ ਕਦੇ ਇੱਧਰ ਨੂੰ। ਭਗਵਾਨ ਮੂਹਰੇ ਡਾਹ ਨਹੀਂ ਦਿੰਦੇ, ਉਹਦਾ ਭਲਾ ਕਰ ਰਹੇ ਨੇ। ਜਿੰਨਾ ਪਾਪ ਕੀਤਾ ਸੀ, ਜਿੰਨਾ ਜਾਨਵਰਾਂ ਖੂਨ ਵਹਾਇਆ ਸੀ, ਉਹ ਖੂਨ ਉਹਦੇ ਜਿਸਮ ਚੋਂ ਵਹਿ ਰਿਹਾ। ਕਹਿੰਦਾ ਛੱਡੂ ਤੈਨੂੰ ਫੜ ਕੇ। ਅਖੀਰ ਨੂੰ ਜਦੋਂ ਦੇਖਿਆ ਵੀ ਇਹ ਹੱਥੇ ਨਹੀਂ ਆਉਂਦਾ, ਇਹ ਸ਼ਿਕਾਰੀਆਂ ਕੋਲ ਛੁਰੇ ਹੁੰਦੇ ਨੇ, ਕਹਿੰਦਾ ਲੈ ਫਿਰ, ਕਹਿੰਦਾ ਇਹਦੇ ਨਾਲ ਹੁਣ ਮਰਨਾ ਹੀ ਹੈ, ਚਿਖਾ ਤੇ ਨਹੀਂ। ਕਹਿੰਦਾ ਉਹ ਜਦੋਂ ਛੁਰਾ ਮਾਰ ਕੇ ਲੱਗਿਆ ਨਾ ਮਰਨ, ਉਹ ਇੰਨੇ ਨੂੰ ਭਗਵਾਨ ਜੀ ਇੱਕ ਝਾੜ ਸ਼ੀਸ਼ਰੇ ਦੇ ਵਿੱਚ ਫਸ ਕੇ ਖੜ ਗਏ ਵੀ ਮੈਂ ਫਸ ਗਿਆ। ਜਾ ਕੇ ਫੜ ਲਿਆ ਤੇ ਇਹਨੇ ਪਛੌਂਡ ਲਾ ਕੇ ਨਾ ਚੱਕੀਆਂ ਆਵੇ ਲਿਆ ਕੇ। ਚੰਦਰਮੁਨੀ ਕਹਿੰਦੇ ਮਿਲ ਗਿਆ? ਕਹਿੰਦੇ ਜੀ ਮਿਲ ਗਿਆ। ਜਦ ਦੇਖਿਆ ਉਹਨੇ ਕਿਹਾ ਵੀ ਇਹ ਕਿਸ ਤਰ੍ਹਾਂ ਦਾ, ਆਹ ਕੀ ਖੇਡ ਹੈ? ਉਹ ਕਹਿੰਦਾ ਵੀ ਤੂੰ ਆਪਣੀ ਗੱਲ 'ਚ ਕਾਮਯਾਬ ਹੋ ਗਿਆ। ਤੇ ਜਦੋਂ ਪੰਡ ਦੇ ਵਿੱਚੋਂ ਪੰਡੋਖੜੀ ਖੋਲ ਕੇ ਭਗਵਾਨ ਜੀ ਸਾਮਰਤਖ ਪ੍ਰਤੱਖ ਹੋਏ, ਉਹ ਰੋ ਰੋ ਕੇ ਚੰਦਰਮੁਨੀ ਕਹਿੰਦਾ ਭਗਵਾਨ ਤੁਸੀਂ ਸ਼ਿਕਾਰੀ ਦੇ ਹੱਥ ਕਿਵੇਂ ਆ ਗਏ? ਉਹ ਕਹਿੰਦੇ ਮੈਂ ਸ਼ਿਕਾਰੀ ਦੇ ਹੱਥ ਨਹੀਂ ਆਇਆ, ਨਾ ਕਦੇ ਆ ਸਕਦੇ, ਮੈਂ ਤਾਂ ਭਾਵਨਾ ਦੇ ਅਧੀਨ ਹੋ ਜਾਂਦਾ। ਇਹਦੀ ਭਾਵਨਾ ਸੁੱਧ ਸੀ ਔਰ ਤੇਰਾ ਬਚਨ ਸੀ, ਤੇਰੀ ਬੜੀ ਕਮਾਈ ਹੈ, ਇਸ ਕਰਕੇ ਤੇਰੀ ਕਮਾਈ ਕਰਕੇ ਮੈਂ ਤੈਨੂੰ ਤਾਂ ਦਰਸ਼ਨ ਦੇਣੇ ਸੀ ਇਸ ਬਹਾਨੇ, ਜਾਂ ਤੈਨੂੰ ਮੁਕਤ ਕੀਤਾ। ਉਹ ਵਿਆਦ ਕਹਿੰਦਾ ਮਹਾਰਾਜ ਫਿਰ ਮੈਨੂੰ ਨਹੀਂ ਮੁਕਤੀ ਦੇਣੀ, ਮੈਂ ਲੈ ਆਇਆ ਤੁਹਾਨੂੰ ਉੱਥੋਂ। ਕਹਿੰਦੇ ਤੂੰ ਤਾਂ ਜਾਨਵਰ ਸਮਝ ਕੇ ਫੜ ਕੇ ਲਿਆਇਆ ਮੈਨੂੰ, ਰੱਬ ਸਮਝ ਕੇ ਥੋੜੀ, ਤੇਰੀ ਐਡੀ ਛੇਤੀ ਕਲਿਆਣ ਨਹੀਂ ਹੋ ਸਕਦੀ। ਕਹਿੰਦੇ ਮਹਾਰਾਜ ਫਿਰ ਤੁਸੀਂ ਰਿਸ਼ੀ ਜੀ ਮੇਰੀ ਸਭਾ, ਕਹਿੰਦੇ ਵੀ ਤੂੰ ਜਾਣੇ ਭਗਵਾਨ ਜਾਣੇ। ਕਹਿੰਦੇ ਚੱਲ ਇਹ ਆ ਵੀ ਜਿੰਨੇ ਪਾਪ ਕਰਮ ਕੀਤੇ ਨੇ ਉਹਨਾਂ ਦਾ ਜੇ ਬਕਾਇਆ ਬਹੁਤ ਹੈ ਤੇਰਾ,
ਕਲਯੁਗ ਦੇ ਅੰਦਰ ਗੁਰੂ ਨਾਨਕ ਰੂਪ ਹੋ ਕਰਕੇ ਆਵਾਂਗੇ। 10 ਜਾਮੇ ਧਾਰਨ ਕਰਨੇ ਆ। ਜਦੋਂ 10ਵਾਂ ਜਾਮਾ ਅਸੀਂ ਪਹਿਨਾਂਗੇ ਨਾ, 10ਵੇਂ ਜਾਮੇ ਦੇ ਵਿੱਚ ਤੈਨੂੰ ਪਏ ਹੋਏ ਸੰਸਕਾਰਾਂ ਦੇ ਅਨੁਸਾਰ ਤੂੰ ਆਪਣੇ ਆਪ 10ਵੇਂ ਜਾਮੇ 'ਚ ਸਾਨੂੰ ਮਿਲ ਜਾਏਗਾ, ਫਿਰ ਤੈਨੂੰ ਮੁਕਤੀ ਦੇ ਦਿਆਂਗੇ। ਉਹ ਫਿਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਇਹ ਫਿਰ ਹਿੰਮਤ ਰਾਏ ਦੇ ਰੂਪ ਦੇ ਅੰਦਰ ਜਗਨਨਾਥਪੁਰੀ ਦੇ ਵਿੱਚ ਪ੍ਰਗਟ ਸੀ, ਉਸ ਵੇਲੇ ਹੋਇਆ। ਉੱਥੇ ਜਨਮ ਹੋਇਆ ਸੀ ਅਖੀਰਲਾ ਇਹਦਾ। ਆਨੰਦਪੁਰ ਸਾਹਿਬ 5 ਪਿਆਰਿਆਂ 'ਚ ਲਾ ਕੇ ਫੇਰੇ ਨੇ ਮਹਾਰਾਜ ਸਾਹਿਬ ਨੇ ਫਿਰ ਇਹਦਾ ਸੀਸ ਲੈ ਕੇ ਇਹਨੂੰ ਸਾਧ ਸੰਗਤ ਜੀ ਪਿਛਲਾ ਜਿਹੜਾ ਨਾਲੇ ਦਰਸ਼ਨ ਦਿੱਤੇ, ਉਹ 5 ਪਿਆਰਿਆਂ ਨੇ ਸ਼ਾਮਲ ਕੀਤਾ। ਕਹਿੰਦੇ ਹੁਣ ਤੇਰੀ ਕਮਾਈ 3 ਯੁੱਗਾਂ ਦੀ ਹੈ। ਇਉਂ ਸਾਧ ਸੰਗਤ ਜੀ ਫਿਰ ਇਹਦਾ ਉਦਾਹਰ ਕੀਤਾ। ਕਹਿੰਦੇ ਦੇਖੋ ਵਿਆਦ ਜਿਹੜਾ ਸੀ ਉਹ ਕਿਹੜੇ ਪੁੰਨਾਂ ਵਾਲਾ ਸੀ? ਵਿਆਦ ਅਜਾਮਲ ਤਾਰੀ ਵਾਲੇ। ਅਜਾਮਲ ਇੱਕ ਬ੍ਰਾਹਮਣ ਦਾ ਲੜਕਾ ਸੀ, ਬਹੁਤ ਵਿਦਿਆ ਪੜਿਆ। ਇਹਦਾ ਗੁਰੂ ਜਿਹੜਾ ਸੀ, ਜਿਸ ਥਾਂ ਤੇ ਉੱਥੇ ਪੜ੍ਹਨ ਜਾਂਦਾ ਸੀ, ਉਹ 3-4 ਮੀਲ ਘੁੰਮ ਕੇ ਜਾਣਾ ਪੈਂਦਾ। ਉਹਦੀ ਹਦਾਇਤ ਸੀ ਵੀ ਸ਼ਹਿਰ ਦੇ ਵਿੱਚ ਦੀ ਨਹੀਂ ਆਉਣਾ। ਇਹ ਬੜਾ ਭਾਰੀ ਵਿਦਵਾਨ ਬਣ ਗਿਆ। ਕਹਿੰਦੇ ਦੇਖ ਹੁਣ ਤੂੰ 4 ਵੇਦ, 6 ਸ਼ਾਸਤਰ, 18 ਪੁਰਾਣ, ਤੈਨੂੰ ਸਭ ਕੁਝ ਪੜ੍ਹਾ ਦਿੱਤਾ। ਇਹਦਾ ਬਾਪ ਬਿਰਧ ਹੋ ਗਿਆ, ਰਾਜ ਪੰਡਤ ਸੀ। ਉਹਨੂੰ ਅਜਾਮਲ ਤੂੰ ਹੁਣ ਇੱਥੇ, ਉਹਨੇ ਕਿਹਾ ਮਹਾਰਾਜ ਮੇਰੀ ਥਾਂ ਤੇ ਮੇਰਾ ਪੁੱਤ ਆਇਆ ਕਰੂਗਾ। ਕਹਿੰਦੇ ਕੋਈ ਬਾਤ ਨਹੀਂ। ਕਥਾ ਸੋਹਣੀ ਕਰਦਾ ਸੀ, ਰਾਜ ਪੁਰੋਹਿਤ ਬਣਾ ਲਿਆ। ਤੇ ਫਿਰ ਵੀ ਜਿਹੜੀ ਕੁਛ ਅਧੂਰੀ ਵਿਦਿਆ 'ਚ ਰਹਿੰਦੀ ਸੀ, ਨਾਲੇ ਕਥਾ ਕਰਿਆ ਕਰੇ, ਨਾਲੇ ਤੇ ਸੰਤਾਂ ਕੋਲ ਪੜ੍ਹਨ ਜਾਇਆ ਕਰੇ। ਉਹ ਕਹਿੰਦਾ ਵੀ ਮੈਨੂੰ ਸੰਤਾਂ ਨੇ ਐਡੀ ਦੂਰ ਨੂੰ ਘੁੰਮ ਕੇ ਆਉਣਾ ਪੈਂਦਾ ਹੈ, ਸ਼ਹਿਰ ਦੇ ਵਿੱਚ ਨੂੰ ਕਿਉਂ ਨਹੀਂ? ਕਹਿੰਦਾ ਵੀ ਚੱਲ ਅੱਜ ਦੇਖ ਲੈਨੇ ਵਿੱਚੋਂ ਜਾ। ਉਹ ਗਿਆ, ਇੱਕ ਨੌਜਵਾਨ ਛੋਟੀ ਉਮਰ ਦੀ ਵੇਸਵਾ ਜੇ ਬਣੀਓ ਸੀ, ਉਹਦਾ ਮਨ ਉਹਦੇ ਤੇ ਹੋ ਗਿਆ। ਉਹਨੂੰ ਦੇਖ ਕੇ ਇਹਦਾ ਮਨ ਵੇਚ ਜਾ, ਰੋਜ਼-ਰੋਜ਼ ਜਾਇਆ ਕਰੇ ਪੜ੍ਹਾਈ ਦੇ ਵਿੱਚ। ਉਹ ਕਹਿੰਦੇ ਵੀ ਤੈਨੂੰ ਹੋ ਕੀ ਗਿਆ? ਪੜ੍ਹਾਈ 'ਚ ਮਨ ਨਹੀਂ ਲੱਗਦਾ। ਤੇ ਪੰਡਤ ਨੂੰ ਪਤਾ ਲੱਗਿਆ, ਉਹਨੇ ਇਹਦਾ ਵਿਆਹ ਕਰ ਦਿੱਤਾ। ਚੰਗੇ ਖਾਨਦਾਨ ਦੀ ਕੁੜੀ ਵਿਆਹ ਦਿੱਤੀ, ਪਰ ਫਿਰ ਵੀ ਉਹਦਾ ਮਨ ਵੇਸਵਾ ਵਾਲੇ ਰਿਹਾ। ਉਹ ਜਦੋਂ ਰਾਜ ਪੁਰੋਹਿਤ ਬਣ ਕੇ ਕਥਾ ਕਰਨ ਲੱਗਿਆ, ਰਾਜੇ ਨੂੰ ਕਿਸੇ ਨੇ ਦੱਸਤਾ ਵੀ ਤੇਰਾ ਪੁਰੋਹਿਤ ਤਾਂ ਵੇਸਵਾ ਤੇ ਜਾਂਦਾ ਹੈ। ਉਹ ਕਹਿੰਦਾ ਮੈਨੂੰ ਕੀ ਕਥਾ ਸੁਣਾਓ ਜੇ ਉੱਥੇ ਜਾਂਦਾ। ਤੋ ਉਹ ਫੜਿਆ ਗਿਆ ਜਾਂ ਵੇਸਵਾ ਉੱਥੇ ਆ ਗਈ, ਕਈ ਤਰ੍ਹਾਂ ਦੀ ਇਹ ਗੱਲ ਹੈ। ਉਹ ਫਿਰ ਉਹਨੇ, ਰਾਜੇ ਨੇ ਇਹਨੂੰ ਦੰਡ ਦਿੱਤਾ। ਪਹਿਲਾਂ ਬਥੇਰਾ ਸਮਝਾਇਆ, ਨਾ ਸਮਝਿਆ। ਉਹਦੇ ਘਰ ਵਾਲੀ ਨੂੰ ਉਹਦਾ ਜਿਹੜਾ ਮਕਾਨ ਸੀ ਉਹ ਦੇ ਦਿੱਤਾ। ਬੱਚੇ ਸੀ, ਉਹ ਕਹਿੰਦੇ ਵੀ ਤੂੰ ਤਾਂ ਇੱਥੇ ਆਪਣਾ ਆਨੰਦ ਮਾਣ। ਉਹਨੂੰ ਕਹਿੰਦੇ ਵੀ ਦੇਸ ਨਿਕਾਲਾ ਦਿਓ ਇਹਨੂੰ। ਬੇਸਵਾ ਨੂੰ ਕਹਿੰਦੇ ਇਹਨੂੰ ਵੀ ਨਾਲੇ ਦੇਸ਼ ਨਿਕਾਲ, ਮੇਰੀ ਜਿੱਥੇ ਤੱਕ ਹੱਦ ਹੈ ਉਹਦੇ ਵਿੱਚ ਤੁਸੀਂ ਰਹਿ ਨਹੀਂ ਸਕਦੇ। ਕੱਢ ਦਿੱਤੇ ਬਾਹਰ ਜੰਗਲ ਵਿੱਚ ਜਾ ਕੇ ਆਪਣੀ ਛਪਰੀ ਬਣਾ ਲਈ। ਛਪਰੀ ਬਣਾ ਕੇ ਉੱਥੇ ਰਹਿਣ ਲੱਗੇ ਤੇ ਵੇਸਵਾ ਦੇ ਨਾਲੇ ਆਪਣਾ ਵਿਆਹ ਕਰਾ ਕੇ ਉੱਥੇ। ਹੁਣ ਭੁੱਖਾ ਮਰਦਾ ਕੀ ਕਰੇ? ਕੰਦਮੂਲ ਕਿੰਨਾ ਕੁ ਚਿਰ ਖਾਂਦਾ? ਇਹਨੇ ਨੂੰ ਫਿਰ ਜਾਨਵਰ ਮਾਰਨੇ ਸ਼ੁਰੂ ਕਰਤੇ। ਬ੍ਰਾਹਮਣ ਦਾ ਪੁੱਤ ਹੋ ਕੇ ਜਾਨਵਰ ਮਾਰ ਕੇ ਖਾਂਦਾ ਰਿਹਾ। ਤੇ ਇਸ ਕਰਕੇ ਫਿਰ ਉਹ ਇਹ ਧੰਦਾ ਕਰਦਿਆਂ ਸਮਾਂ ਬਤੀਤ ਹੋ ਗਿਆ। ਇਹਦੇ 6 ਪੁੱਤ ਜੰਮੇ। 7ਵਾਂ ਜੇ ਗਰਭ ਠਹਿਰਿਆ ਹੋਇਆ ਸੀ, ਕੁਦਰਤੀ ਮਹਾਤਮਾ ਆ ਗਏ। ਤੇ ਮਹਾਤਮਾ ਨੇ ਆ ਕੇ ਜਦੋਂ ਇਹਦੇ ਘਰ ਵਾਲੀ, ਇਹ ਜਿਹੜੀ ਬੇਸਵਾ ਸੀ, ਇਹ ਤਾਂ ਗਿਆ ਸੀ ਸ਼ਿਕਾਰ ਕਰਨ। ਬਾਰਿਸ਼ ਪੈਂਦੀ ਸੀ, ਉਹਨੇ ਚਰਨ ਫੜੇ, ਨਮਸਕਾਰ ਕੀਤੀ ਪੈਰਾਂ ਤੇ ਨਮਸਕਾਰ ਕਰਕੇ ਕਹਿਣ ਲੱਗੀ ਵੀ ਇੱਧਰ ਛਪਰੀ 'ਚ ਬਿਠਾ ਦਿੱਤੇ। ਗਰਮ ਪਾਣੀ ਕੀਤਾ, ਮਹਾਤਮਾ ਦਾ ਸੇਵਾ ਕੀਤੀ। ਇਹਨਾਂ ਨੂੰ ਅਜਾਮਲ ਆ ਗਿਆ। ਚਿੜੀਆਂ ਫੜੀਆਂ ਹੋਈਆਂ ਜਾਨਵਰ ਜਿਹੜੇ ਮਿਲੇ, ਉਹ ਨੱਠ ਕੇ ਕਹਿੰਦੀ ਗੱਲ ਸੁਣ ਲੈ, ਇਹ ਹੱਥੋਂ ਧੋ ਲੈ, ਆਪਣੇ ਮਹਾਤਮਾ ਆਏ ਹੋਏ ਨਾ, ਭਾਗ ਜਾ ਕੇ ਤੂੰ ਚਰਨ ਫੜ ਉਹਨਾਂ ਤੇ, ਕੀ ਪਤਾ ਭਲਾ ਹੋ ਜਾਵੇ। ਰੋਂਦਾ ਹੁੰਦਾ ਸੀ ਵੀ ਮੈਂ ਕਿੱਡਾ ਵੱਡਾ ਰਾਜ ਪੁਰੋਹਿਤ ਸੀ, ਅੱਜ ਜੰਗਲ ਦੇ ਵਿੱਚ ਰੋਟੀ ਨਹੀਂ, ਕੋਈ ਮੰਗੀ ਰੋਟੀ ਨਹੀਂ ਸੀ ਦਿੰਦਾ। ਉਹਨੇ ਫਿਰ ਮਹਾਤਮਾ ਦੇ ਚਰਨ ਫੜ ਲਏ ਤੇ ਛੋਲੇ ਭੁੰਨੇ ਹੋਏ ਸੀ। ਕਹਿੰਦੇ ਮਹਾਤਮਾ ਜੀ ਤੁਸੀਂ ਆਹ ਛਕ ਲਓ। ਉਹ ਖਾ ਲਏ, ਪਾਣੀ ਪਿਆਇਆ। ਰੋ ਕੇ ਕਹਿੰਦਾ ਮਹਾਤਮਾ ਜੀ ਵੀ ਮੇਰੇ ਵਰਗੇ ਪਾਪੀਆਂ ਦਾ ਵੀ ਉਧਾਰ ਹੋ ਸਕਦਾ। ਮੈਂ ਰਾਜ ਪੰਡਤ ਸੀ, ਮੈਂ ਕਥਾ ਕਰਦਾ ਹੁੰਦਾ ਸੀ, ਮੇਰੀ ਮਾੜੀ ਕਿਸਮਤ ਦਾ ਬੇਸਵਾ ਸੀ ਜਿਹੜੇ ਮੇਰੇ ਘਰ ਵਾਲੀ ਹੈ। ਮਹਾਤਮਾ ਨੇ ਦੇਖਿਆ ਵੀ ਇਹਦਾ ਤਾਂ ਸਮਾਂ ਜਿਹੜਾ ਹੈ ਵੀ ਹੁਣ ਮਾਂ ਨੇ ਇੰਨਾ ਪਾਪੀ ਦਾ ਮਲੀਨ ਹੋ ਚੁੱਕਾ ਹੈ,
ਨਾਮ ਤੋਂ ਬਿਨਾਂ ਸੁਧ ਵੀ ਨਹੀਂ ਹੋ ਸਕਦਾ। ਉਹਨੇ ਤਰੀਕਾ ਵਰਤਿਆ, ਕਹਿਣ ਲੱਗੇ ਭਾਈ ਤੇਰਾ ਉਧਾਰ ਵੀ ਹੋ ਸਕਦਾ ਹੈ। ਅਖੇ ਕਿਵੇਂ? ਬੱਚੇ ਕਿੰਨੇ ਨੇ? ਕਹਿੰਦਾ 6। ਕਹਿੰਦੇ ਹੁਣ ਜਿਹੜਾ 7ਵਾਂ ਜੰਮੂਗਾ ਇਹ ਵੀ ਲੜਕਾ ਹੀ ਹੋਊਗਾ, ਇਹਦਾ ਨਾਮ ਨਾਰਾਇਣ ਰੱਖਦੀ। ਕਹਿੰਦਾ ਜੀ ਠੀਕ ਹੈ। ਕਹਿੰਦੇ ਇਹ ਤੇਰਾ ਉਧਾਰ ਕਰੂਗਾ, ਇਹਦੇ ਨਾਲ ਪ੍ਰੇਮ ਕਰੀ। ਉਹ ਜੰਮਿਆ, ਨਾਮ ਨਾਰਾਇਣ ਰੱਖ ਦਿੱਤਾ। ਹਰ ਵੇਲੇ ਨਾਰਾਇਣ ਨਾਰਾਇਣ, ਨਾਰਾਇਣ ਇੱਧਰ ਆ, ਨਾਰਾਇਣ ਇੱਧਰ ਆ। ਉਹ ਮਹਾਤਮਾ ਨੇ ਕਿਹਾ ਸੀ ਵੀ ਨਾਰਾਇਣ ਤੇਰੀ, ਉਹਨਾਂ ਤਾਂ ਕਿਹਾ ਸੀ ਉਸ ਨਾਰਾਇਣ ਨੂੰ ਨਾਮ ਰੱਖਿਆ ਸੀ। ਕਹਿੰਦੇ ਇਹੋ ਜਿਹਾ ਸਮਾਂ ਆਇਆ ਵੀ ਇਹਦਾ ਅੰਤ ਵੇਲਾ ਜਦੋਂ ਆ ਗਿਆ, ਜਮਦੂਤਾਂ ਨੇ ਆਣ ਕੇ ਦਿਖਾਈ ਦਿੱਤੀ। ਇਹ ਫਿਰ ਕੁਰਲਾਇਆ, ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ, ਪੁੱਤਰ ਨਾਰਾਇਣ, ਪੁੱਤਰ ਨਾਰਾਇਣ, ਮੇਰੀ ਰੱਖਿਆ ਕਰ। ਉਹ ਪੁੱਤਰ ਸ਼ਬਦ ਤਾਂ ਭੁੱਲ ਗਿਆ ਜਮਦੂਤਾਂ ਨੂੰ ਦੇਖ ਕੇ, ਨਾਰਾਇਣ ਰੱਖਿਆ ਕਰ, ਨਾਰਾਇਣ ਰੱਖਿਆ ਕਰ। ਕਹਿੰਦੇ ਲక్ష్ਮੀ ਹੁਣ ਤਾਂ ਜਾਣਾ ਹੀ ਪਊਗਾ, ਕਹਿੰਦੇ ਮੈਨੂੰ ਯਾਦ ਕਰ ਰਿਹਾ ਕੋਈ। ਤੇ ਭਗਵਾਨ ਜੀ ਨੇ ਆ ਕੇ ਇਸ ਨੂੰ ਅਜਾਮਲ ਕੋ ਅੰਤ ਕਾਲ में नारायण सुध आई, जगत को जोगी सर्वांशत सोगत छिन में पाई। भाई गुरदास साहब जी लिखते हैं, पतद अजामल पाप कर जाए कलवतनी दे रहया, गुर ते बेमुख होए कै पाप कमावै दुरमत दहिया, बिरथा जन्म गवायन भवजल अंदर फिरदा बहिया, छे पुत जाए बेसुआ पापां दे फल इच्छे लहिया, पुतो पन्ना सतबाना धरनो चित उमहिया, गुरु द्वारे जाय के गुरमुख नौ नारायण कहया, अंत काल जमदूत देख पुत नारायण बोले शहिया, जमगर मारे हरजना गया सुरग जम डंड न सहिया, नाए लए दुख डेरा टहिया। कहंदा 10 ब्याद किन्ने क पुन्ना वाला सी, अजामल किन्ने क पुन्ना वाला सी, इन्हां नूं तार दिता है। नाम जपन करके बड़े बड़िਆਂ ਦਾ ਉਧਾਰ ਕੀਤਾ ਹੈ। ਚਰਨ ਬਦਕ ਤੇ ਚਰਨ ਬਦਕ ਜਨ ਤਿਉ ਮੁਕਤ ਭਏ। ਜਿਹੜੇ ਬਦਕ ਸ਼ਿਕਾਰੀ ਨੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਤੀਰ ਮਾਰਿਆ ਸੀ, ਤੇ ਉਹ ਸ਼ਿਕਾਰੀ ਜਨ ਪੁਰਸ਼ ਵੀ ਮੁਕਤੀ ਨੂੰ ਪ੍ਰਾਪਤ ਭਏ। ਕੀ ਹੋ ਗਿਆ ਸੀ? ਉਹ ਕੀ ਸੀ? ਜਦੋਂ 56 ਕਰੋੜ ਜਾਦਵਾਂ ਆਪੋ ਵਿੱਚ ਲੜ ਕੇ ਮਰ ਗਏ, ਭਗਵਾਨ ਕ੍ਰਿਸ਼ਨ ਜੀ ਫਿਰ ਉਦਾਸ ਹੋ ਕੇ ਸੋਮ ਤੀਰਥ ਹੈ ਸਾਧ ਸੰਗਤ ਜੀ, ਪ੍ਰਵਾਸ ਖੇਤਰ ਵਾਲੇ ਸਥਾਨ ਪਰ ਗੋਡੇ ਦੇ ਉੱਤੇ ਪੈਰ ਰੱਖ ਕੇ ਆਰਾਮ ਨਾਲ ਪਏ ਸੀ। ਪੈਰ ਦੇ ਵਿੱਚ ਪਦਮ ਸੀ, ਤਾਰੇ ਵਾਂਗੂ ਚਮਕਦਾ। ਉਹ ਸ਼ਿਕਾਰੀ ਆਇਆ ਬਦਕ, ਸ਼ਿਕਾਰ ਭਾਲਦਾ। ਉਹਨੇ ਕਿਹਾ ਵੀ ਮਿਰਗ ਦੀ ਅੱਖ ਹੈ। ਮਿਰਗ ਜਾਣ ਕੇ ਤੀਰ ਮਾਰਿਆ ਤੇ ਨਿਸ਼ਾਨਾ ਬੜਾ ਸੀ ਇਹਦਾ। ਪੈਰ ਦੇ ਵਿੱਚ ਤੀਰ ਇਹੋ ਜਿਹਾ ਲੁਕਿਆ ਵੀ ਗੋਡੇ ਤੱਕ ਉਤਰ ਗਿਆ ਤੀਰ। ਜਦੋਂ ਆ ਕੇ ਦੇਖਿਆ, ਹਰਨ ਦੀ ਅੱਖ ਸਮਝ ਕੇ ਤੀਰ ਮਾਰਿਆ ਸੀ। ਧਾਹਾਂ ਮਾਰ ਮਾਰ ਕੇ ਰੋਣ ਲੱਗ ਪਿਆ। ਭਗਵਾਨ ਕ੍ਰਿਸ਼ਨ ਕਹਿੰਦੇ ਕਿਉਂ ਰੋਣਾ ਹੈ? ਕਹਿੰਦਾ ਭਗਵਾਨ ਤੁਹਾਡੇ ਚਰਨਾਂ ਦਾ ਲੋਕੀ ਧਿਆਨ ਧਰਦੇ ਆ, ਮੈਂ ਤੀਰ ਮਾਰ ਦਿੱਤਾ। ਪਾਪ ਤਾਂ ਬੜੇ ਕਰੇ ਸੀ, ਪਰ ਆਹ ਤਾਂ ਉਤਰ ਹੀ ਨਹੀਂ ਨਾ ਸਕਦਾ ਮਹਾਬਲ ਨੂੰ ਤੱਕ ਵੀ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਰੋ ਨਾ। ਕਹਿੰਦਾ ਜੀ ਰੋਵਾਂ ਨਾ ਤਾਂ ਹੋਰ ਕੀ ਕਰਾਂ? ਕਹਿੰਦੇ ਬਸ ਇਹੀ ਫਰਕ ਹੈ ਗਿਆਨੀ ਤੇ ਅਗਿਆਨੀ ਦਾ। ਇਹ ਕਰਮ ਫਲ ਭੁਗਤਾਨ ਹੋਇਆ, ਤੂੰ ਕਲਪਦਾ ਤੇ ਮੈਂ ਖੁਸ਼ ਹਾਂ ਵੀ ਆਧਾਰ ਉਤਰ ਗਿਆ। ਕਹਿੰਦਾ ਜੀ ਕਿਵੇਂ? ਕਹਿੰਦੇ ਤ੍ਰੇਤੇ ਯੁੱਗ ਦੇ ਤੂੰ ਬਾਲੀ ਸੀ, ਮੈਂ ਰਾਮਚੰਦਰ ਦੇ ਰੂਪ ਦੇ ਵਿੱਚ ਸੀ, ਤੇ ਉਸ ਵੇਲੇ ਸੁਗਰੀਵ ਦੀ ਮਦਦ ਦੇ ਲਈ ਲੋਕੇ ਮੈਂ ਤੀਰ ਮਾਰਿਆ ਸੀ, ਕਿਉਂਕਿ ਤੈਨੂੰ ਤੇ ਦੇਵਤਿਆਂ ਦਾ ਵਰ ਸੀ, ਅੱਧਾ ਬਲ ਤੇਰੇ ਚ ਆ ਜਾਂਦਾ ਸੀ। ਮੇਰੀ ਵੀ ਮਜਬੂਰੀ ਸੀ ਲੋਕੇ ਮਾਰਨਾ, ਸੁਗਰੀਵ ਨਾਲ ਮੇਰਾ ਵਾਅਦਾ ਸੀ। ਤੇ ਉਸ ਵੇਲੇ ਤੈਨੂੰ ਸੰਕਲਪ ਫਿਰ ਗਿਆ, ਉਹ ਤੀਰ ਮਾਰਨ ਵਾਲਿਆ ਕੋਈ ਨਹੀਂ ਹੈ ਵੀ ਮੈਂ ਵੀ ਜਿੱਦਣ ਕੀ ਆ ਗਿਆ ਮਾਰੂ ਤੈਨੂੰ। ਉਹ ਮਾਰਨ ਦਾ ਸੰਕਲਪ ਤੇਰਾ ਦ੍ਰਿੜ ਹੋ ਗਿਆ। ਇਸ ਕਰਕੇ ਵੀ ਉਹ ਆਧਾਰ ਰਹਿੰਦਾ ਸੀ ਤੇ ਹੁਣ ਕੰਮ ਨਿਬੜ ਗਿਆ ਤੇ ਤੈਨੂੰ ਵੀ ਮੁਕਤ ਕੀਤਾ। ਜਾ ਹੁਣ ਤੈਨੂੰ ਨਾਲ ਹੀ ਲੈ ਕੇ ਜਾਉਂ ਸੱਚਖੰਡ ਨੂੰ, ਤੂੰ ਅਖੇ ਚਿੰਤਾ ਨਾ ਕਰ। ਭਗਵਾਨ ਜੀ ਨੇ ਗਲ ਵਿੱਚ ਲੈ ਲਿਆ, ਗਲ ਬੱਕੜੀ ਪਾ ਕੇ ਮਿਲੇ ਮਾਰਨ ਵਾਲੇ ਨੂੰ। ਦੇਖੋ ਕੈਸੀ ਬਾਤ ਹੈ। ਭਾਈ ਸਾਹਿਬ ਨੇ ਨਕਸ਼ਾ ਖਿੱਚ ਦਿੱਤਾ ਸਾਰਾ। ਜਾਏ ਸੁਤਾ ਪ੍ਰਵਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਿਲਕੈ ਬਾਂਗੀ ਤਾਰੇ, ਬੱਦਕ ਆਇਆ ਪਾਲਦਾ ਮਿਰਗੈ ਜਾਨ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕਹਿ ਕਰਨ ਪਲਾਵ ਕਰੇ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ ਅਵਗੁਣ ਕੀਤੇ ਹਰ ਨਾ ਚਿਤਾਰੇ, ਕਰ ਕਿਰਪਾ ਸੰਤੋਖਿਆ ਪਤਤ ਉਦਾਹਰਨ ਬਿਰਦ ਵਿਚਾਰੇ, ਭਲੇ ਭਲੇ ਕਰ ਮੰਨਿਆਨ
ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰੇਂਦੇ ਪਤਤ ਉਧਾਰੇ। ਨਾਮਦੇਵ ਕਹਿੰਦੇ ਏਡੇ ਏਡੇ ਤਾਰ ਦਿੱਤੇ ਜਿਨ੍ਹਾਂ ਨੇ ਪਾਪ ਕੀਤੇ ਤੇ ਤੂੰ ਕਹਿਣਾ ਰਾਮ ਨਾਮ ਜਪ ਕੇ। ਇਸ ਕਰਕੇ ਨਾਮਦੇਵ ਜੀ ਅੱਗੇ ਕਹਿੰਦੇ ਹਨ, ਹੋ ਵੱਲ ਵੱਲ ਜਿਨ ਰਾਮ ਕਹੇ। ਇਹ ਭਾਈ ਹੋ ਮੈਂ ਉਹਨਾਂ ਤੋਂ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਨਾਮ ਦੇ ਤਾਈਂ ਕਹੇ ਕਹਿਣਾ ਕੀਤਾ, ਨਾਮ ਜਪਣਾ ਕੀਤਾ, ਉਹਨਾਂ ਦਾ ਉਧਾਰ ਹੋਇਆ ਹੈ। ਦਾਸੀ ਸੁਤ ਜਨ ਬਿਦਰ ਸੁਦਾਮਾ। ਦਾਸੀ ਟਹਿਲਣ ਦਾ, ਟਹਿਲ ਕਰਨ ਵਾਲੀ ਦਾ ਸੁਤ ਪੁੱਤਰ ਭਾਵ ਨਾਰਦ ਮੁਨੀ, ਜਾਂ ਦਾਸੀ ਦਾ ਪੁੱਤਰ ਬਿਦਰ ਜਨ ਭਗਤ, ਅਤੇ ਬਾਲ ਸਖਾਈ ਸੁਦਾਮਾ ਭਗਤ ਇਤਿਆਦਿਕ ਇਹਨਾਂ ਨੂੰ ਵੀ ਇਸ ਦੁਖਦਾਈ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਭਗਵਾਨ ਜੀ ਨੇ। ਅਤੇ ਕ੍ਰਿਸ਼ਨ ਭਗਵਾਨ ਜੀ ਦੇ ਉਗਰਸੈਨ ਬੋਲਦੇ, ਉਗਰਸੈਨ ਕੋ ਉਗਰਸੈਨ ਕੋ ਰਾਜ ਦੀਏ। ਤੇ ਕ੍ਰਿਸ਼ਨ ਭਗਵਾਨ ਜੀ ਦਾ ਨਾਨਾ ਸੀ ਉਗਰਸੈਨ, ਉਹਨਾਂ ਦੇ ਤਾਈਂ ਰਾਜ ਦਿੱਤਾ। ਜਿਉਂਦਿਆਂ ਜੀ ਰਾਜ ਭਾਗ ਦੀਏ ਦੇਣਾ ਕੀਤੇ ਤੇ ਅੰਤ ਨੂੰ ਫਿਰ ਮੁਕਤ ਕੀਤਾ, ਉਸ ਨੂੰ ਜਿਉਂਦਿਆਂ ਨੂੰ ਰਾਜ ਦਿੱਤਾ। ਉਹਦਾ ਇਸ ਤਰ੍ਹਾਂ ਸਾਧ ਸੰਜੇ ਹੈ। ਨਾਰਦ ਮੁਨੀ ਪਿਛਲੇ ਜਨਮ ਦੇ ਵਿੱਚ ਨਾ ਇੱਕ ਦਾਸੀ ਦਾ ਪੁੱਤਰ ਸੀ, ਬਰਮਾ ਦਾ ਪੁੱਤਰ ਤਾਂ ਬਾਅਦ ਚ ਬਣਿਆ। ਉਹ ਸੰਤਾਂ ਦੀ ਸੰਗਤ ਕਰਦਾ ਸੀ। ਇੱਕ ਦਿਨ ਮਹਾਤਮਾ ਨੇ ਕਿਹਾ, ਇਹ ਮਹਾਤਮਾ ਨੂੰ ਕਹਿੰਦਾ ਜੀ ਮੈਨੂੰ ਆਪਣੇ ਨਾਲ ਹੀ ਤੁਸੀਂ ਰੱਖਿਆ ਕਰੋ, ਮੈਂ ਘਰ-ਬਾਰ ਛੱਡਣਾ ਚਾਹੁੰਦਾ। ਮਹਾਤਮਾ ਨੇ ਕਿਹਾ ਤੇਰੀ ਮਾਂ ਬਿਰਧ ਹੈ, ਸਾਂਭਣ ਵਾਲਾ ਕੋਈ ਹੈ ਨਹੀਂ। ਜਿੰਨਾ ਚਿਰ ਤੇਰੀ ਮਾਂ ਦਾ ਸਰੀਰ ਹੈ ਉਹਨਾਂ ਚਿਰ ਇਹ ਧਰਮ ਹੀ ਨਹੀਂ ਬਣਦਾ। ਤੂੰ ਮਾਂ ਦੀ ਸੇਵਾ ਕਰ, ਨਹੀਂ ਤਾਂ ਤੇਰਾ ਤਪ ਮਨਜ਼ੂਰ ਨਹੀਂ ਹੋਣਾ। ਉਹਨਾਂ ਚਿਰ ਸੇਵਾ ਟਹਿਲ ਕਰ, ਇਹ ਤੇਰਾ ਧਰਮ ਹੈ। ਬਾਅਦ ਵਿੱਚ ਸਾਡੇ ਨਾਲ ਆ ਜੀ। ਨਾਲੇ ਰਾਮ ਰਾਮ ਜਪਿਆ, ਨਾਲੇ ਨਾਮ ਜਪੀ ਜਾਂਦਾ ਹੈ, ਨਾਲੇ ਕਹੀ ਜਾਂਦਾ ਹੇ ਰਾਮ ਮੇਰੀ ਮਾਂ ਮਰ ਜਾਏ, ਹੇ ਰਾਮ ਮੇਰੀ ਮਾਂ ਮਰ ਜਾਏ। ਵੀ ਮਾਂ ਮਰੂਗੀ ਤਾਂ ਮੈਂ ਜਾਊਂਗਾ ਘਰੋਂ। ਉਹ ਮਰ ਗਈ। ਮਰਨ ਤੋਂ ਬਾਅਦ ਸੰਤਾਂ ਕੋਲ ਚਲਿਆ ਗਿਆ। ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਤਪੱਸਿਆ ਕਰਦਾ ਰਿਹਾ। ਇੱਛਾ ਪੁਰਖ ਸਰਬ ਸੁਦਾਤਾ ਹਰ ਜਾ ਕੇ ਮਸੈ ਕਾਮ ਤੇਨਾ। ਇਹਦੇ ਮਨ 'ਚ ਫੁਰਨਾ ਹੋਇਆ ਵੀ ਮੈਂ ਬਰਮਾ ਦਾ ਪੁੱਤ ਬਣਾ। ਤਪੱਸਿਆ ਹੀ ਇਹ ਕਰੀ ਸੀ ਬਰਮਾ ਦਾ ਪੁੱਤ ਬਣਾ। ਫਿਰ ਅਗਲਾ ਜਨਮ ਜਿਹੜਾ ਇਹਦਾ ਨਾਰਦ ਮੁਨੀ ਜਿਹੜਾ ਬਰਮਾ ਦੇ ਘਰ ਪੈਦਾ ਹੋਇਆ। ਇਸ ਕਰਕੇ ਇਹ ਦਾਸੀ ਦਾ ਪੁੱਤਰ ਤਾਂ ਇਹ ਨਾਰਦ ਸੰਤਾਂ ਦੀ ਸੰਗਤ ਕਰਕੇ ਫਿਰ ਬਰਮਾ ਦਾ ਪੁੱਤਰ ਬਣ ਗਿਆ ਸੀ। ਉਧਰ ਜਿਹੜਾ ਬਿਦਰ ਸੀ, ਇਹ ਜਿਹੜਾ ਰਾਜਾ ਹੋਇਆ ਹੈ ਵਿਚਿੱਤਰ ਵੀਰਿਆ, ਜਿਹੜਾ ਉਹਦੀ ਦਾਸੀ ਸੀ ਸੁਦੇਸ਼ਨਾ। ਉਹਦੇ ਉੱਤਰ ਤੋਂ ਬਿਆਸ ਦਾ ਪੁੱਤਰ ਬਿਦਰ ਭਗਤ ਹੋਇਆ ਹੈ। ਇਹ ਬਹੁਤ ਗੁਣੀ ਤੇ ਨੀਤੀਵਾਨ ਹੋਇਆ ਹੈ। ਬਿਦਰ ਨੀਤੀ ਅੱਜ ਤੱਕ ਵੀ ਪ੍ਰਸਿੱਧ ਹੈ ਗ੍ਰੰਥਾਂ 'ਚ। ਈਸ਼ਵਰ ਭਗਤ ਤੇ ਸਤਵਾਦੀ ਸੀ। ਭਗਵਾਨ ਕ੍ਰਿਸ਼ਨ ਪਾਂਡਵਾਂ ਨੂੰ 5 ਪਿੰਡ ਦਿਵਾਉਣ ਵਾਸਤੇ ਦੁਰਯੋਧਨ ਨੂੰ ਮਿਲਣ ਵਾਸਤੇ ਆਏ। ਦੁਰਯੋਧਨ ਨੇ ਸੋਚਿਆ ਵੀ ਜੇ ਮੈਂ ਭਗਵਾਨ ਕ੍ਰਿਸ਼ਨ ਦੇ ਆਉਣ ਤੇ ਖੜਾ ਹੋ ਗਿਆ, ਲੋਕੀ ਕਹਿਣਗੇ ਵੀ ਦੇਖੋ ਭਗਵਾਨ ਵੱਡਾ ਹੈ, ਇਹ ਗਵਾਲਿਆਂ ਦੇ ਘਰ ਜੰਮਿਆ, ਵੀ ਮੈਂ ਇਹਦੇ ਅੱਗੇ ਨਹੀਂ ਖੜਾ ਹੋਣਾ, ਇਹ ਖੜਾ ਨਾ ਹੋਇਆ। ਕ੍ਰਿਸ਼ਨ ਭਗਵਾਨ ਨੇ ਰਾਦਰ ਸਮਝ ਕੇ ਇਹ ਵਿਚਾਰ ਕੀਤਾ ਵੀ ਜੇ ਹੰਕਾਰੀ ਦੇ ਆਪਾਂ ਜਾਂਦੇ ਆਪਾਂ ਬਿਦਰ ਦੇ ਚੱਲਦੇ ਹਾਂ। ਉਹ ਹਾਥੀਆਂ ਦੇ ਤਵੇਲੇ ਚਲਿਆ ਗਿਆ ਸੀ ਵੀ ਇੱਥੇ ਖੜਾ ਖੜਾ ਹੀ ਮਿਲ ਲੂੰਗਾ, ਵੀ ਮੈਨੂੰ ਉੱਠ ਕੇ ਖੜਾ ਨਾ ਹੋਣਾ ਪਵੇ। ਕਈ ਹੰਕਾਰੀ ਇਸ ਤਰ੍ਹਾਂ ਦੇ ਹੁੰਦੇ ਆ। ਕ੍ਰਿਸ਼ਨ ਭਗਵਾਨ ਜੀ ਉਹਨੂੰ ਛੱਡ ਕੇ ਵਾਪਸ ਮੁੜ ਕੇ ਬਿਦਰ ਦੇ ਚਲੇ ਗਏ। ਰਾਤ ਉੱਥੇ ਕੱਟੀ, ਅਲੂਣਾ ਸਾਗ ਖਾਧਾ, ਕੇਲਿਆਂ ਦੇ ਛਿੱਲੜ ਖਾਧੇ। ਪ੍ਰੇਮ ਦੀ ਭਾਵਨਾ ਬਹੁਤ ਲੰਮੀ ਸਾਖੀ ਹੈ, ਰਹੋ ਵਿਚਾਰ। ਤੇ ਜਦੋਂ ਦੁਰਯੋਧਨ ਨੂੰ ਪਤਾ ਲੱਗਿਆ, ਉਹ ਬੜਾ ਖਫਾ ਹੋਇਆ ਵੀ ਗੋਲੇ ਦੇ ਘਰ ਜਾ ਕੇ ਰਿਹਾ। ਕਹਿੰਦੇ ਜੀ ਤੁਸੀਂ ਏਡੇ ਏਡੇ ਭੀਸ਼ਮ ਸੀ, ਦਰੋਣਾਚਾਰੀਆ ਸੀ, ਇਹਨਾਂ ਦੇ ਮਹਿਲਾਂ 'ਚ ਆ ਜਾਂਦੇ, ਤੁਸੀਂ ਜਾ ਕੇ ਗੋਲੇ ਦੇ ਘਰ ਜਾ ਕੇ ਕਿਹੜਾ ਸੁੱਖ ਹੋਇਆ ਤੁਹਾਨੂੰ ਉੱਥੇ? ਰਾਜਨ ਕੌਣ ਤੁਮਾਰੇ ਆਵ ਐਸੋ ਭਾਉ ਵਿਦਰ ਕੋ ਦੇਖਿਆ, ਉਹ ਗਰੀਬ ਮੋਹ ਪਾਇਆ ਭਾਵ ਹੈ। ਹਸਤੀ ਦੇਖ ਭਰਮ ਤੇ ਪੂਲਾ, ਸ੍ਰੀ ਭਗਵਾਨ ਨਾ ਜਾਣਿਆ ਤੁਮਰੋ दूध बिदर को पानो, अमृत कर्म माने। खीर समान साग में पाया गुण गावत रहन बिहानी, कबीर को स्वामी आनंद विनोदी, जात ना काहू की बानी। भाई गुरदास साहब जी लिखते हैं, आया सुनिया बिदर दे बोले, दुर्योधन होए रुखा, घर असाडे छड़ के गोले दे कर जाए के सुखा। भीषम द्रोणा करण ताज सभा सिगार, बड़े मानुखा, झुगी जाए बुलाए उन सबना दे जी अंदर तुखा।
ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨ ਦੇਸੀ ਮੇਰੇ ਨਾਹੀ ਆਪਦਾ ਦੁੱਖਾ। ਮੇਰੇ ਕੋ ਵਿਪਤਾ ਪਈ ਸੀ ਮੈਨੂੰ, ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੋਖਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਮੈਂ ਤਾਂ ਭਗਤਾਂ ਦੇ ਪ੍ਰੇਮ ਦਾ ਭੁੱਖਾ ਹੈ, ਮੈਨੂੰ ਪਦਾਰਥ ਨਹੀਂ ਚਾਹੀਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਜੋ ਇੱਥੇ ਭਗਤ ਜੀ ਨੇ ਗੱਲ ਕਹੀ ਹੈ, ਬੇਦਰ ਤੋਂ ਬਾਅਦ ਫਿਰ ਸੁਦਾਮੇ ਦੀ ਗੱਲ ਕਹੀ ਹੈ। ਦਾਸੀ ਸੋਤ ਜਨ ਬੇਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਤੇ ਜਿਹੜਾ ਸੁਦਾਮਾ ਸੀ, ਇਹ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ। ਬਚਪਨ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਸਖਾ ਬਣਿਆ। ਸੰਦੀਪਨ ਗੁਰੂ ਦੇ ਕੋਲ ਇਕੱਠੇ ਪੜ੍ਹਦੇ। ਇੱਕ ਦਿਨ ਲੱਕੜਾਂ ਲੈਣ ਵਾਸਤੇ ਗਏ ਤੇ ਬਹੁਤ ਮੀਂਹ, ਮੂਹਰੇ ਧਾਰ ਮੀਂਹ ਉਤਰਿਆ, ਦਰਖਤ ਤੇ ਚੜ੍ਹ ਗਏ। ਰਾਤ ਕੱਟਣੀ ਪਈ ਤੇ ਲੱਕੜਾਂ ਲੈਣ ਵਾਸਤੇ ਗਏ ਸੀ। ਤੇ ਕ੍ਰਿਸ਼ਨ ਜੀ ਨੂੰ ਕਹਿੰਦਾ, ਤੂੰ ਫਿਕਰ ਨਾ ਕਰੀ ਮਿੱਤਰ, ਮੈਂ ਤੇਰੇ ਕੋਲ ਹੀ ਆ, ਡਰੀ ਨਾ ਤੂੰ, ਮੈਂ ਇੱਥੇ ਆ। ਉਹ ਦੂਏ ਟਾਣੇ ਤੋਂ ਦੂਏ ਟਾਣੇ ਤੇ। ਇਹਦੇ ਕੋਲ ਭੁੰਨੇ ਹੋਏ ਸੀ ਚੌਲ। ਇਹਨੇ ਕੱਢ ਕੇ ਜਾਂ ਕੜਕ ਕੜਕ ਹੋਣ ਲੱਗੀ। ਕਹਿੰਦੇ ਮਿੱਤਰ ਕੀ ਖਾਣਾ ਹੈ? ਭੁੱਖ ਲੱਗੀ ਭਗਵਾਨ ਕ੍ਰਿਸ਼ਨ ਨੂੰ ਵੀ। ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾਂਦਾ, ਝੂਠ ਬੋਲ ਗਿਆ। ਕਹਿੰਦੇ ਦੰਦ, ਕਹਿੰਦਾ ਜੀ ਠੰਡ ਦੀ ਮਾਰ ਦੰਦ ਕੜਕ ਕੜਕ ਹੁੰਦੇ ਆ। ਕਹਿੰਦੇ ਜਾ ਹੋਏ ਦਲਿਦਰੀਆ, ਚੌਲਾਂ ਦੀ ਮੁੱਠੀ ਪਿੱਛੇ ਝੂਠ ਬੋਲਦਾ। ਐਂ ਕਹਿ ਹੋ ਗਿਆ ਭਗਵਾਨ ਕ੍ਰਿਸ਼ਨ ਨੂੰ। ਵੱਡਾ ਹੋਇਆ, ਵਿਆਹ ਹੋ ਗਿਆ, ਘਰ ਦੇ ਕੋਈ ਪਦਾਰਥ ਨਾ, ਭਗਵਾਨ ਦਾ ਸਰਾਪ ਲੱਗਿਆ। ਤੇ ਫਿਰ ਇਹ ਕਦੇ ਕਦੇ ਆਪਣੀ ਬ੍ਰਾਹਮਣੀ ਨੂੰ ਕਹਿੰਦਾ ਹੁੰਦਾ ਸੀ ਵੀ ਮੇਰੇ ਮਿੱਤਰ ਨਾ ਭਗਵਾਨ ਕਰੀ। ਕਹਿੰਦੀ ਤੂੰ ਜਾ, ਉਹ ਇਸ ਵੇਲੇ ਰਾਜੇ ਨੇ, ਦੁਆਰਕਾ ਦਾ ਰਾਜਾ, ਤੂੰ ਉੱਥੇ ਜਾ ਕੇ ਮੰਗ ਲੈ, ਬ੍ਰਾਹਮਣ ਹੈ। ਕਹਿੰਦਾ ਸ਼ਰਮ ਆਉਂਦੀ ਹੈ। ਕਿਉਂ? ਕਹਿੰਦਾ ਜਿੱਦਣ ਮੇਰੇ ਕੋਲ ਪਦਾਰਥ ਸੀ, ਮੈਂ ਭਗਵਾਨ ਨੂੰ ਮੁੱਠੀ ਤੰਦੜ ਨਾ ਦਿੱਤੇ, ਕੱਲਾ ਖਾ ਗਿਆ। ਕਹਿੰਦੇ ਨਹੀਂ ਜਾ, ਕੋਈ ਨਹੀਂ, ਭਗਵਾਨ ਬਖਸ਼ ਦਿੰਦੇ। ਕਹਿੰਦਾ ਫਿਰ ਐਂ ਕਰ, ਚੌਲਾਂ ਤੇ ਵਿਗੜੀ ਸੀ, ਕਹਿੰਦਾ ਹੋ ਸਕਦਾ ਚੌਲਾਂ ਤੇ ਹੀ ਸਿਵਰ ਜਾ। ਚੌਲ ਭੁੰਨ ਕੇ ਤੰਦੜ ਲਏ ਤੇ ਲੜ ਬੰਨ ਲਏ ਤੇ ਪਹੁੰਚਿਆ। ਜਿਸ ਵੇਲੇ ਦੁਆਰਪਾਲ ਉਹ ਪੁੱਛਿਆ, ਉਹ ਕੌਣ ਹੈ ਤੂੰ? ਕਹਿੰਦੇ ਵੀ ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ ਹਾਂ, ਤੁਸੀਂ ਇੱਕ ਵਾਰੀ ਜਾ ਕੇ ਕਹੋ ਤਾਂ ਸਹੀ। ਤੇ ਜਿਸ ਵੇਲੇ ਜਾ ਕੇ ਦੱਸਿਆ, ਕਹਿੰਦੇ ਜੀ ਬਾਹਰ ਇੱਕ ਫਟੇ ਪੁਰਾਣੇ ਕੱਪੜੇ ਬ੍ਰਾਹਮਣ ਹੈ, ਜਨੇਊ ਪਾਇਆ ਹੈ। ਉਹ ਕਹਿੰਦਾ ਵੀ ਮੈਂ ਮਿੱਤਰ ਹਾਂ। ਕਹਿੰਦੇ ਨਾਂ ਕੀ ਹੈ? ਕਹਿੰਦੇ ਸੁਦਾਮਾ। ਭਗਵਾਨ ਕ੍ਰਿਸ਼ਨ ਜੀ ਸਿੰਘਾਸਨ ਛੱਡ ਕੇ ਨੰਗੇ ਪੈਰੀ ਦੌੜੇ। ਭੱਜ ਕੇ ਆ ਕੇ ਭਗਵਾਨ ਕ੍ਰਿਸ਼ਨ ਜੀ ਨੇ ਪਹਿਲਾਂ ਤਾਂ ਬ੍ਰਾਹਮਣ ਜਾਣ ਕੇ ਸਾਧ ਸੰਗਤ ਜੀ ਵੀ ਤੂੰ ਵੱਡਾ ਭਰਾ ਹੈ, ਗਲ ਬੱਕੜੀ ਵੀ ਪਾਈ, ਪੂਜਨ ਕੀਤਾ, ਪੈਰ ਧੋਤੇ ਪ੍ਰਾਨ ਦੇ ਵਿੱਚ, ਔਰ ਫਿਰ ਸਿੰਘਾਸਨ ਤੇ ਨਾਲ ਬਿਠਾਇਆ। ਇਤਿਹਾਸ ਹੈ ਦੁਆਪਰ ਦਾ ਕਿ ਭਗਵਾਨ ਕ੍ਰਿਸ਼ਨ ਜੀ 56 ਕਰੋੜ ਜਾਦਵੋਂ ਖਤਮ ਹੋਣ ਤੇ ਅੱਖਾਂ 'ਚੋਂ ਹੰਝੂ ਨਹੀਂ ਆਇਆ, ਜ਼ਿੰਦਗੀ 'ਚ ਕਦੇ ਰੋਏ ਨਹੀਂ। ਕਹਿੰਦੇ ਪਰ ਜਦੋਂ ਸਦਾਮੇ ਦੀ ਹਾਲਤ ਦੇਖੀ, ਦੇਖ ਸਦਾਮੇ ਕੀ ਦੀਨ ਦਸ਼ਾ, ਕਰਨਾ ਕਰ ਕਰਨਾ ਰਿਦ ਰੋਏ। ਭਗਵਾਨ ਕ੍ਰਿਸ਼ਨ ਜੀ ਰੋ ਪਏ। ਕਹਿੰਦੇ ਉਹ ਮਿੱਤਰ ਇੰਨੇ ਦਿਨ ਕਿਉਂ ਖੋ ਲਏ? ਮੇਰੀ ਰਸਨਾ ਤੋਂ ਬਚਨ ਨਿਕਲਿਆ ਸੀ, ਮੇਰੇ ਕਰਕੇ ਤੂੰ ਇੰਨਾ ਦੁੱਖ ਉਠਾਇਆ। ਮੈਂ ਡੀਕਦਾ ਸੀ ਕਦੋਂ ਆਵਾਂ, ਕਦੋਂ ਮੈਂ ਤੇਰਾ ਸਰਾਪ ਬਖਸ਼ ਦਿਆਂ। ਇਹ ਕਹਿਣ ਲੱਗੇ ਕੁਛ ਲਿਆਇਆ? ਭੁੱਖ ਅੱਜ ਵੀ ਉਨੀ ਓ ਲੱਗੀ ਹੋਈ ਹੈ। ਯਾਦ ਕਰ ਲੈ ਜਿਵੇਂ ਦਰਖਤ ਤੇ ਬੈਠੇ ਸੀ, ਭੁੱਖ ਲੱਗੀ ਸੀ ਨਾ। ਕਹਿੰਦੇ ਮਿਟੀ ਨਹੀਂ ਅਜੇ। ਐ ਭਗਵਾਨ ਕਿਵੇਂ ਮਿਟੂ? ਕਹਿੰਦੇ ਚੌਲ ਖਾ ਕੇ ਮਿਟੂਗੀ। ਗੱਲ ਭਾਵਨਾ ਦੀ ਹੈ। ਉਹ ਭੁੱਜੇ ਚੌਲ ਖਾਧੇ। ਕਹਿੰਦੇ ਲੈ ਇੰਨੀ ਕੁ ਗੱਲ ਸੀ ਜਿਹਦੇ ਪਿੱਛੇ ਦੁੱਖ ਪਾਇਆ, ਚਾਰੇ ਪਦਾਰਥ ਬਖਸ਼ ਦਿੱਤੇ। ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ? ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ, ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਿਲ ਦਰਗਵਾਏ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਪਹੁੰਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ। ਦੂਰੋਂ ਦੇਖ ਡੰਡੌਤ ਕਰ, ਡੰਡੌਤ ਕੀਤੀ। ਛੱਡ ਸਿੰਘਾਸਨ ਹਰ ਜੀ ਆਏ। ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ। ਪਹਿਲਾਂ ਪ੍ਰਕਰਮਾ ਕੀਤੀ, ਪੈਰੀ ਪਏ। ਮਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹਾਂ। ਅੱਜ ਮੇਰਾ ਪਾਵਨ ਪਵਿੱਤਰ ਹੋ ਗਿਆ ਸਦਾਮਿਆਂ ਤੇਰੇ ਆਉਣ ਦੇ ਨਾਲ।
ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ, ਚਰਨੋਦਕ ਲੈ ਪੈਰ ਧੋਏ, ਸਿੰਘਾਸਨ ਉਤੇ ਬੈਠਾਏ। ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ। ਚਾਰ ਪਦਾਰਥ ਸੁਕੁਚ ਬਟਾਏ, ਚਾਰ ਪਦਾਰਥ ਸਾਧ ਸੰਗਤ ਜੀ ਉਹਨੂੰ ਦੇ ਦਿੱਤੇ। ਆਉਂਦਿਆਂ ਨੂੰ ਮਹਿਲ ਉਸਰੇ ਹੋਏ ਸੀ ਚਾਰੇ ਪਦਾਰਥ। ਇਸ ਕਰਕੇ ਭਗਤ ਜੀ ਕਹਿੰਦੇ ਵੀ ਉਹ ਇੱਕ ਦਲਿਦਰੀ ਹੋਇਆ ਵਾ, ਭਗਵਾਨ ਨੇ ਉਹਨੂੰ ਉਤਾਰ ਦਿੱਤਾ। ਫਿਰ ਉਗਰਸੈਨ ਕੰਸ ਦਾ ਪਿਤਾ, ਭਗਵਾਨ ਕ੍ਰਿਸ਼ਨ ਜੀ ਦਾ ਨਾਨਾ, ਜਿਨ੍ਹਾਂ ਦੇ ਕੋਲੋਂ ਇਸ ਦੇ ਪੁੱਤਰ ਕੰਸ ਨੇ ਜ਼ਬਰਦਸਤੀ ਰਾਜ ਖੋਲਿਆ ਸੀ। ਦੇਖੋ ਕਿਹਾ ਜਿਹਾ ਪੁੱਤਰ ਸੀ। ਬਾਪ ਨੂੰ ਜੇਲ੍ਹ 'ਚ ਸਿੱਟਿਆ, ਭੈਣ ਨੂੰ ਜੇਲ੍ਹ ਸਿੱਟਿਆ, ਭਣੋਈਏ ਨੂੰ ਜੇਲ੍ਹ ਸਿੱਟਿਆ। ਉੱਥੇ ਹੀ ਜਨਮ ਹੋਇਆ ਭਗਵਾਨ ਕ੍ਰਿਸ਼ਨ। ਫਿਰ ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਜੰਗ ਵਿੱਚ ਮਾਰ ਕੇ ਆਪਣੇ ਨਾਨੇ ਉਗਰਸੈਨ ਨੂੰ ਰਾਜ ਦੇ ਕੇ ਕਰਤਾਰਥ ਕੀਤਾ। ਉਗਰਸੈਨ ਕੋ ਰਾਜ ਅਪੈ ਭਗਤੈ ਜਨ ਦੀਓ। ਉਹ ਬਈ ਇੰਨੇ ਤਰ ਗਏ, ਤੂੰ ਮੈਨੂੰ ਕਿਉਂ ਸ਼ੰਕਾ ਕਰਦਾ? ਨਾਮਦੇਵ ਜੀ ਕਹਿੰਦੇ ਹਨ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ। ਕਹਿੰਦੇ ਦੇਖ ਠੀਕ ਹੈ, ਤੂੰ ਜੇ ਸ਼ੰਕਾ ਕੀਤੀ ਹੈ, ਹੁਣ ਮੈਂ ਤੈਨੂੰ ਪੁੱਛਦਾ। ਭਗਤ ਨਾਮਦੇਵ ਜੀ ਕਹਿੰਦੇ ਜਪਹੀਨ, ਜਪ ਹੁੰਦਾ ਮੰਤਰਾਂ ਦਾ ਜਾਪ ਜਾਂ ਭਗਵਾਨ ਦੇ ਨਾਮ ਦਾ ਜਾਪ। ਇਹ ਪਾਠ ਕਰਨ ਤੋਂ ਹੀਨ ਕੌਣ ਸੀ? 10 ਬੇਸਵਾ ਨੇ ਕਿਹੜਾ ਜਾਪ ਕਰਿਆ ਸੀ? ਪਾਪ ਕਰਨ ਵਾਲੀ, ਧੰਦਾ ਕਰਨ ਵਾਲੀ, ਜਿਸਮ ਵੇਚਣ ਵਾਲੀ। ਤੇ ਫਿਰ ਉਹ ਆਪ ਤਾਂ ਇਹ ਨਰਕਾਂ ਦਾ ਕੁੰਡ ਬਣਿਆ ਹੋਇਆ ਸੀ। ਪਤਾ ਨਹੀਂ ਕਿੰਨਿਆਂ ਨੂੰ ਡੋਬਿਆ, ਕਿਤਨਿਆਂ ਸਤਵੰਤੀਆਂ ਦੇ ਸੁਹਾਗ ਖਤਮ ਕੀਤੇ ਸੀ ਉਸਨੇ, ਕਿੰਨਿਆਂ ਦੇ ਘਰ ਉਜਾੜੇ ਸੀ। ਜਪਹੀਣ ਸੀ। ਤੇ ਇਸ ਕਰਕੇ ਤਰੀ ਨਾ, ਜਦੋਂ ਪਰਮਾਤਮਾ ਤਾਰਨ ਤੇ ਆਉਂਦਾ ਉਹ ਨਹੀਂ ਦੇਖਦਾ ਇਹਦੇ ਕਰਮ ਕੈਸੇ। ਤਪ ਤਪੱਸਿਆ ਤੋਂ ਹੀਨ ਕੌਣ ਹੈ? ਕੁਬਜਾ। ਕਿੰਨੀ ਕੁ ਤਪੱਸਿਆ ਸੀ ਕੁਬਜਾ ਦੀ? ਉਹ ਤਾਰ ਦਿੱਤੀ। ਕੁਲ ਤੋਂ ਹੀਨ ਕੌਣ ਹੈ? ਵਿਆਦ। ਕਿੰਨੀ ਕੁ ਚੰਗੀ ਕੁਲ ਸੀ ਉਹਦੀ? ਜਾਨਵਰ ਫੜ ਕੇ ਸ਼ਿਕਾਰ ਕਰਕੇ ਦਾ ਗੁਜ਼ਾਰਾ ਕਰਦਾ ਸੀ, ਜੰਗਲਾਂ 'ਚ ਰਹਿੰਦਾ ਸੀ। ਕੁਲਹੀਣ ਉਹ ਹੈ। ਤੇ ਫਿਰ ਕਰਮਹੀਨ, ਕਰਮਾਂ ਤੋਂ ਹੀਣਾ ਕੌਣ? ਅਜਾਮਲ। ਕਿਹੜਾ ਕਰਮ ਰਹਿ ਗਿਆ ਸੀ ਉਹਦਾ? ਮਾੜੇ ਕਰਮ ਕਰਦਾ ਸੀ, ਬੇਸਵਾ ਨਾਲ ਵਿਆਹ ਕਰਾਇਆ, ਜੰਗਲਾਂ ਵਿੱਚ ਰਹਿੰਦਾ, ਜਾਨਵਰ ਮਾਰ ਕੇ, ਚਿੜੀਆਂ ਮਾਰ ਮਾਰ ਕੇ ਖਾਂਦਾ, ਚਿੜੀ ਮਾਰ ਜੀਵਨ ਕਹਾਇਆ ਇਹਦਾ। ਇਸ ਕਰਕੇ ਇਹ ਕਰਮ ਤੋਂ ਹੀਣ ਅਜਾਮਲ ਸੀ। ਤੇ ਐਸੇ ਜਿਹੜੇ ਨਾ ਭਗਤ ਨਾਮਦੇਵ ਜੀ ਕਹਿੰਦੇ ਇਹ ਸਾਰੇ ਉਹ ਨਾ ਜਿਨ੍ਹਾਂ ਨੇ ਕੋਈ ਜਪ ਨਹੀਂ, ਤਪ ਨਹੀਂ, ਪਾਠ ਨਹੀਂ, ਪੂਜਾ ਨਹੀਂ, ਕਰਮ ਨਹੀਂ, ਕੋਈ ਸ੍ਰੇਸ਼ਟ। ਉਹ ਮੈਂ ਤੈਨੂੰ ਸ਼ੰਕਾ ਕਰਨ ਵਾਲਿਆਂ ਪੁੱਛਦਿਆਂ, ਉਹ ਮੇਰੇ ਤਾਂ ਇਹੋ ਜਿਹੇ ਮਾੜੇ ਕਰਮ ਵੀ ਨਹੀਂ ਹੈ ਜਿਹੇ ਜਿਹੇ ਇਹਨਾਂ ਦੇ ਸੀ। ਮੈਂ ਬੇਸਵਾਗਾਮੀ ਨਹੀਂ ਹਾਂ, ਤੇ ਮੈਂ ਕੋਈ ਜੀਵ ਹਿੰਸਾ ਨਹੀਂ ਕਰਨ ਵਾਲਾ। ਤੇ ਇਸ ਕਰਕੇ ਤੂੰ ਤੇ ਮੇਰੇ ਤੇ ਸ਼ੰਕਾ ਕੀਤੀ ਹੈ ਵੀ ਮੈਂ ਕਿਉਂ ਨਹੀਂ ਤਰ ਸਕੂੰਗਾ ਜਦੋਂ ਇਹ ਜੇ ਤਰ ਗਏ। ਇਹ ਹੈ ਦ੍ਰਿੜਤਾ, ਇਹ ਹੈ ਆਤਮ ਵਿਸ਼ਵਾਸ। ਸੋ ਅੱਗੇ ਦੱਸਦੇ ਹਨ, ਨਾਮੇ ਕੇ ਸੁਆਮੀ ਤੇਉ ਤਰੇ। ਤੇ ਹੁਣ ਮੈਂ ਤੈਨੂੰ ਪੁੱਛਦਾ ਵੀ ਜਿਹੜਾ ਮੇਰਾ ਮਾਲਕ ਹੈ ਨਾ, ਭਗਤ ਨਾਮਦੇਵ ਜੀ ਕਥਨ ਕਰਦੇ ਨੇ ਤੇ ਇਸ ਤਰ੍ਹਾਂ ਕਹਿੰਦੇ, ਤੇਉ ਇਉਂ ਇਸ ਪ੍ਰਕਾਰ, ਤੇਉ ਉਸ, ਤੇਉ ਦਾ ਨਾ ਉਹ ਮੇਰੇ ਸੁਆਮੀ। ਕੌਣ? ਮਾਲਕ, ਪਰਮੇਸ਼ਰ, ਵਾਹਿਗੁਰੂ ਜੋ ਹੈ। ਉਹ ਪਰਮੇਸ਼ਰ ਦੇ ਕੀ ਦਾ ਅਰਥ ਹੈ? ਦੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੰਸਾਰ ਸਮੁੰਦਰ ਤੋਂ ਤਰੇ ਤਰ ਗਏ ਹਨ। ਜਦੋਂ ਉਹ ਤਰ ਗਏ, ਫਿਰ ਅਸੀਂ ਐਸੇ ਨਾਮ ਨੂੰ ਜਪ ਕੇ ਕਿਉਂ ਨਹੀਂ ਤਰਾਂਗੇ? ਜ਼ਰੂਰ ਤਰਾਂਗੇ। ਸਾਨੂੰ ਨਿਸ਼ਚਾ ਹੈ। ਨਾਮਦੇਵ ਜੀ ਕਹਿੰਦੇ ਜਿਹੜਾ ਏਡੇ ਏਡੇ ਪਾਪੀਆਂ ਨੂੰ ਤਾਰ ਸਕਦਾ, ਮੈਨੂੰ ਵੀ ਤਾਰੇਗਾ। ਤੇ ਇਸ ਕਰਕੇ ਭਗਤ ਨਾਮਦੇਵ ਜੀ ਨੇ, ਜਿਹੜੀ ਉਹਨੇ ਪ੍ਰੇਮੀ ਨੇ, ਉਹ ਤਰਕ ਮਾਰਨ ਵਾਲਾ ਸੀ, ਉਸ ਤਰਕ ਕਰਨ ਵਾਲੇ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ। ਜਦੋਂ ਇਹ ਸਾਖੀਆਂ ਸੁਣਾਈਆਂ, ਇਹਨਾਂ ਦੇ ਜੀਵਨ ਸੁਣਾਏ, ਕਿਉਂਕਿ ਉਦਾਹਰਨਾਂ ਦੇਣ ਦੇ ਨਾਲ ਗੱਲ ਸਮਝ ਆ ਜਾਂਦੀ ਹੈ।
ਕਹਿੰਦੇ ਉਹ ਤਰਕ ਕਰਨ ਵਾਲਾ ਜਿਹੜਾ ਬੜਾ ਸ਼ੈਤਾਨ ਤੇ ਚਲਾਕ ਚੁਸਤ ਬੰਦਾ ਸੀ, ਉਹਨੇ ਵੀ ਮਨ ਨੂੰ ਵਿਰਾਗ ਆ ਗਿਆ। ਉਹਨੇ ਨਾਮਦੇਵ ਜੀ ਦੇ ਚਰਨ ਫੜ ਲਏ। ਉਹਨੇ ਕਿਹਾ ਜੀ ਮੈਂ ਸੁਭਾਵਕ ਹੀ ਇਹ ਤਰਕ ਮਾਰ ਬੈਠਿਆ, ਪਰ ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਦਿਓ ਆਪਣਾ ਚਰਨਾਮਤ, ਮੈਨੂੰ ਦਿਓ ਨਾਮ। ਜਿਸ ਵਖਰ ਕੋ ਲੈਣ ਤੂੰ ਆਇਆ, ਵਖਰ ਨਾਮ ਸੌਦੇ ਦਾ। ਮਹਾਰਾਜ ਕਹਿੰਦੇ ਜਿਹੜੇ ਸੌਦੇ ਨੂੰ ਲੈਣ ਵਾਸਤੇ ਆਇਆ ਹੈ, ਤੂੰ ਅਜੇ ਉਸ ਦੁਕਾਨ ਤੇ ਨਹੀਂ ਪਹੁੰਚਿਆ ਜਿੱਥੇ ਸੌਦਾ ਮਿਲਣਾ। ਇਹ ਤਾਂ ਗੁਰੂ ਨਾਮ ਦਾ ਦਾਤਾ ਹੈ। ਸੰਤ ਨਾਮ ਜਪਾਉਣ, ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਨਾਮ ਦਿੰਦੇ ਨੇ 5 ਪਿਆਰੇ। ਕੋਈ ਵੱਖਰਾ ਜੇ ਨਾਮ ਦਿੰਦਾ ਤਾਂ ਗੁਰਮਤਿ ਤੋਂ ਉਲਟ ਹੈ ਇਹ ਗੱਲ। ਬਾਕੀ ਦੇ ਮਤਾਂ 'ਚ ਹੋਵੇ, ਪਰ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਇਹ ਨਹੀਂ ਤੋੜਨੀ ਕਦੇ। ਜੇ ਕਿ ਮੈਂ ਤਾਂ ਹੀ ਫਲਾਣੇ ਸੰਤਾਂ ਤੋਂ ਨਾਮ ਲਿਆ, ਨਾਮ 5 ਪਿਆਰੇ ਨੇ ਦਿੱਤਾ ਕਿ ਜਾਂ ਸੰਤ ਦੇ ਰਹੇ। ਸੰਤ ਦੀ ਡਿਊਟੀ ਕੀ ਹੈ? ਬਾਲੇ ਵਾਲ ਭੋਗੀ ਵਾਲ ਦੋਨੇ ਪਿੰਡ ਥੋੜੇ ਥੋੜੇ ਫਾਸਲੇ ਤੇ ਨੇ। ਉੱਥੇ ਦੀਵਾਨ ਲੱਗਿਆ ਕਰਦੇ ਸੀ ਹਰ ਸਾਲ, ਪਰ ਉਹਨਾਂ ਦੀਵਾਨਾਂ 'ਚ ਮੈਂ ਉੱਥੇ ਸੀ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਤੇ ਉਸ ਦੀਵਾਨ ਦੇ ਵਿੱਚ ਉਸ ਦਿਨ ਦੇਖੋ ਕੈਸੀ ਉਹਨਾਂ ਦੀ ਅੰਤਰਯਾਮਤਾ ਸੀ। ਉਸ ਵੇਲੇ ਇੱਕ ਵਿਅਕਤੀ ਜਿਹੜਾ ਕੁਝ ਸ਼ੰਕਾ ਕਰਨ ਵਾਲਾ ਸੀ, ਉਹ ਦਾਸ ਦੇ ਨਾਲ ਸੀ, ਜਾਂਦੇ ਨਹੀਂ ਸੀ, ਬਜ਼ੁਰਗਾਂ ਨੂੰ ਮੈਂ ਲੈ ਕੇ ਗਿਆ ਸੀ। ਉੱਥੇ ਸੰਤਾਂ ਨੇ ਇੱਕ ਨਿਰਣਾ ਕੀਤਾ, ਜੋ ਮੈਂ ਆਪਣੇ ਕੰਨਾਂ ਨਾਲ ਸੁਣਿਆ, ਮੈਂ ਉਹ ਦੱਸਦਾ ਤੁਹਾਨੂੰ। ਮਹਾਂਪੁਰਸ਼ ਕਹਿੰਦੇ ਭਾਈ ਵੀ ਦਰਅਸਲ ਸ਼ਬਦ ਬਹੁਤ ਵਰਦੇ, ਕਹਿੰਦੇ ਦਰਅਸਲ ਗੱਲ ਇਹ ਹੈ ਕਿ ਗੁਰੂ ਤਾਂ ਹੈ ਭਾਈ, ਗੁਰੂ ਗ੍ਰੰਥ ਸਾਹਿਬ ਹੈ। ਇਹ ਗਲਤੀ ਹੈ ਜੇ ਕੋਈ ਕਹਿੰਦੇ ਕਿਸੇ ਦੇਹ ਨੂੰ ਗੁਰੂ ਕਹਿੰਦਾ ਹੈ। ਗੁਰੂ ਤਾਂ ਹੈ ਗੁਰੂ ਗ੍ਰੰਥ ਸਾਹਿਬ, 5 ਪਿਆਰੇ। ਕਹਿੰਦੇ ਸੰਤਾਂ ਦਾ ਦਰਜਾ ਜਿਹੜਾ ਹੈ ਇਹ ਇਸ ਤਰ੍ਹਾਂ ਜਿਵੇਂ ਬਾਦਸ਼ਾਹ ਦਾ ਵਜ਼ੀਰ ਹੁੰਦਾ ਨਾ, ਐ ਹੋਰ ਥਾਂ ਤੇ ਵੀ ਲਿਖਿਆ ਮਿਲਦਾ। ਕਹਿੰਦੇ ਸੰਤਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਨਾਮ ਜਪਾਉਣ ਦੀ। ਨਾਮ ਦਿੰਦਾ ਗੁਰੂ, ਨਾਮ ਨੂੰ ਅੱਗੇ ਦ੍ਰਿੜ ਕਰਾਉਣ ਵਾਸਤੇ, ਪ੍ਰੇਰਨਾ ਕਰਨ ਵਾਸਤੇ ਉਹ ਕਹਿੰਦੇ ਸੰਤ ਹੈ। ਕਬੀਰ ਸੇਵਾ ਕੋ ਦੋਏ ਭਲੇ, ਦੋਨੇ ਚੰਗੇ ਨੇ। ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੰਤਾਂ ਦੀ ਜ਼ਿੰਮੇਵਾਰੀ। ਸੰਤਾਂ ਨੇ ਮੁਕਤੀ ਨਹੀਂ ਦੇਣੀ, ਰੱਬ ਨੇ ਨਾਮ ਨਹੀਂ ਜਪਾਉਣਾ। ਕੰਮ ਵੰਡੇ ਹੋਏ ਨੇ। ਰੱਬ ਕਹਿੰਦਾ ਮੁਕਤੀ ਮੈਂ ਦੇਵਾਂਗਾ, ਨਾਮ ਤੂੰ ਜਪਾ। ਤੂੰ ਜਪਿਆ ਜਿਵੇਂ ਤੈਨੂੰ ਤਰੀਕਾ ਹੈ, ਤੈਨੂੰ ਪਤਾ ਵੀ ਮੈਂ ਤੈਨੂੰ ਕਿਵੇਂ ਮਿਲਿਆ ਸੀ। ਤੂੰ ਢੰਗ ਦੱਸ, ਤਰੀਕੇ ਦੱਸੇ ਨਾਮ ਦੇ ਵਿੱਚ। ਤੂੰ ਉਦਾਹਰਨਾਂ ਦੇ। ਇਹ ਸਭ ਕੁਝ ਤੈਂ ਕਰਨਾ, ਸੰਤ ਨੇ ਕਰਨਾ। ਜਹ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੇ। ਤਾਂ ਹੀ ਕਿਹਾ ਹੈ ਸੰਤਾਂ ਦਾ ਕੀਰਤਨ ਕੋਈ ਪਦਾਰਥਾਂ ਵਾਸਤੇ ਨਹੀਂ, ਵਡਿਆਈ ਵਾਸਤੇ ਨਹੀਂ। ਜੇ ਹੈ ਤਾਂ ਫਿਰ ਕੀਰਤਨ ਨਹੀਂ, ਫਿਰ ਬਿਜ਼ਨਸ ਹੈ। ਸੰਤ ਉਹ ਜਿਹਨੇ ਤਨ ਮਨ ਧਨ ਪਰਮੇਸ਼ਰ ਨੂੰ ਅਰਪ ਕਰਤਾ, ਗੁਰੂ ਨਾਨਕ ਨੂੰ, ਸ਼ਾਂਤ ਆਤਮਾ। ਇਸ ਕਰਕੇ ਉਹ ਨਾਮ ਜਪਾ ਸਕਦਾ ਹੈ। ਤੇ ਸੰਤ ਜਪਾਵੇ ਨਾਮ। ਸੰਤਾਂ ਕੋਲ ਜੁਗਤੀਆਂ ਨੇ। ਸੰਤ ਬਾਬਾ ਆਤਰ ਸਿੰਘ ਜੀ ਮਸਤਵਾਣਿਆਂ ਦੇ ਕੋਲ ਇੱਕ ਪ੍ਰੇਮੀ ਆਇਆ, ਸੰਗਤ ਦੇ ਵਿੱਚ ਉੱਠ ਕੇ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਜੁਗਤੀ ਦੱਸੋ ਨਾਮ ਜਪਣ ਦੀ। ਮੈਂ ਕੀ ਜਪਾਂ, ਕਿਹੜਾ ਪਾਠ ਕਰਾਂ? ਸੰਤ ਕਹਿੰਦੇ ਗੁਰਬਾਣੀ ਦਾ ਪਾਠ ਕਰਿਆ ਕਰ। ਜਿੰਨੇ ਪਾਠ ਸਹਿਜ ਹੋ ਜਾਣ, ਜਿੰਨੇ ਹੋ ਜਾਣ, ਪੜ੍ਹੀ ਜਾਇਆ ਕਰ ਬਾਣੀ, ਤੇਰਾ ਭਲਾ ਹੋ ਜੂ। 7 ਵਜੇ ਇੱਕ ਹੋਰ ਉੱਠ ਕੇ ਖੜਾ ਹੋ ਗਿਆ, ਕਹਿੰਦੇ ਮਹਾਰਾਜ ਜੀ ਮੈਨੂੰ ਵੀ ਕਿਰਪਾ ਕਰ ਦਿਓ। ਕਹਿੰਦੇ ਤੂੰ ਮੂਲ ਮੰਤਰ ਜਪਿਆ ਕਰ। ਇੱਕ ਹੋਰ ਉੱਠ ਕੇ ਖੜਾ ਹੋਇਆ, ਕਹਿੰਦੇ ਤੂੰ ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰ। ਮਹਾਂਪੁਰਸ਼ਾਂ ਨੂੰ ਬਾਅਦ ਦੇ ਵਿੱਚ ਨਿਕਟ ਵਰਤੀਆਂ ਨੇ ਕਿਹਾ, ਮਹਾਰਾਜ ਜੀ ਵੀ ਬੰਦਿਆਂ ਦਾ ਤਿੰਨਾਂ ਦਾ ਸਵਾਲ ਇੱਕੋ ਸੀ, ਤੁਸੀਂ ਵੱਖਰਾ ਵੱਖਰਾ ਦੱਸਿਆ ਸਾਰਿਆਂ ਨੂੰ। ਇੱਕ ਨੂੰ ਗੁਰਬਾਣੀ ਦਾ ਪਾਠ, ਇੱਕ ਨੂੰ ਮੂਲ ਮੰਤਰ, ਇੱਕ ਨੂੰ ਗੁਰਮੰਤਰ। ਸੰਤ ਹੱਸ ਕੇ ਕਹਿੰਦੇ ਅਧਿਕਾਰੀ ਵੱਖਰੇ ਵੱਖਰੇ ਸੀ, ਹਿਰਦੇ ਵੱਖਰੇ ਵੱਖਰੇ ਸੀ। ਜਿਹਨੂੰ ਅਸੀਂ ਗੁਰਬਾਣੀ ਪੜ੍ਹਨ ਵਾਸਤੇ ਕਿਹਾ, ਕਹਿੰਦੇ ਇਹ ਐਸੇ ਜਨਮ 'ਚ ਲੱਗਿਆ, ਪਿਛਲੀ ਕਮਾਈ ਹੈ ਨਹੀਂ ਇਹਦੀ। ਮਨ ਇਕਾਗਰ ਨਹੀਂ ਹੋਣਾ, ਬਾਣੀ ਪੜ੍ਹਦਿਆਂ ਹੋਊਗਾ। ਜਿੰਨੇ ਪਾਠ ਕਰੂਗਾ ਉਹਨਾਂ ਮਨ ਇਕਾਗਰ, ਉਹਦਾ ਭਲਾ ਹੋ ਜਾਊਗਾ। ਕਹਿੰਦੇ ਦੂਸਰੇ ਦਾ ਉਹ
ਜਿਹੜਾ ਹੈ ਉਹ ਪਿਛਲੇ ਜਨਮ ਦੇ ਵਿੱਚ ਵੀ ਉਹਦੀ ਕੁਝ ਕਮਾਈ ਕੀਤੀ ਹੋਈ ਹੈ, ਨਿਸ਼ਕਾਮ ਕਰਮ ਹੈ ਉਹਦੇ, ਉਹ ਮੂਲ ਮੰਤਰ ਦੁਆਰਾ। ਕਹਿੰਦੇ ਆ ਜਿਹੜਾ ਕਹਿੰਦੇ ਇਹ ਤਾਂ ਕਈ ਜਨਮਾਂ ਦੀ ਕਮਾਈ ਵਾਲਾ, ਕਹਿੰਦੇ ਹੁਣ ਬਸ ਗੁਰਮੰਤਰ ਇਹਦੇ ਪ੍ਰਾਣਾਂ 'ਚ ਵਸ ਜਾਣਾ, ਕਹਿੰਦੇ ਇਹਦਾ ਭਲਾ ਹੋ ਜਾਣਾ। ਸੰਤ ਜਪਾਵੈ ਨਾਮ। ਇਸ ਕਰਕੇ ਫਿਰ ਸਾਧ ਸੰਗਤ ਜੀ ਸੰਤਾਂ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਦਿੱਤੀ ਵੀ ਅਸੀਂ, ਪਰਮਾਤਮਾ ਨੇ ਕਿਹਾ ਮੈਂ ਮੁਕਤੀ ਦੇਵਾਂਗਾ, ਤੁਸੀਂ ਨਾਮ ਜਪਾਓ। ਸੰਤਾਂ ਦੀ ਜ਼ਿੰਮੇਵਾਰੀ ਨਾਮ ਜਪਾਉਣ ਦੀ, ਰੱਬ ਦੀ ਜ਼ਿੰਮੇਵਾਰੀ ਮੁਕਤੀ ਦੇਣ ਦੀ ਹੈ। ਇਉਂ ਫਿਰ ਨਾਮਦੇਵ ਜੀ ਨੇ ਨਾਮ ਜਪਾਇਆ, ਉਦਾਹਰਨਾਂ ਦਿੱਤੀਆਂ। ਅੱਜ ਦੀ ਕਥਾ ਆਪਾਂ ਸਮੇਂ ਤੋਂ ਪਹਿਲਾਂ ਸਮਾਪਤ ਕਰਨ ਲੱਗੇ ਹਾਂ, ਕਿਉਂਕਿ ਜੇ ਇੱਕ ਦਿਨ ਦੇ ਵੀ ਸਾਰੀ ਕਰਦੇ ਸੀ ਤਾਂ ਟਾਈਮ 1.5 ਘੰਟੇ ਤੋਂ ਉੱਪਰ ਚਲਾ ਜਾਣਾ ਸੀ। ਜੇ 2 ਦਿਨ ਕਰਦੇ ਹਾਂ ਤਾਂ ਫਿਰ ਸਹਿਜ ਭਾਅ ਦੇ ਨਾਲ ਵੀ, ਕਿਉਂਕਿ ਗੌੜੀ ਰਾਗ ਸਮਾਪਤ ਕਰਨਾ, ਹੁਣ ਕੱਲ ਨੂੰ ਗੌੜੀ ਰਾਗ ਸਮਾਪਤ ਹੋਊਗਾ, ਗੁਰੂ ਕਿਰਪਾ ਕਰੇ। ਆਓ ਅੱਜ ਦੀ ਵਿਚਾਰ ਕਥਾ ਇਸੇ ਤਰ੍ਹਾਂ ਸਮਾਪਤ ਹੁੰਦੀ ਹੈ। ਨਾਮੇ ਕੇ ਸੁਆਮੀ ਤੇਊ ਤਰੇ, ਤੇ ਮੇਰੇ ਸੁਆਮੀ ਮਾਲਕ ਨੇ ਉਹਨਾਂ ਨੂੰ ਤਾਰ ਦਿੱਤਾ, ਮੈਨੂੰ ਕਿਉਂ ਨਹੀਂ ਤਾਰੇਗਾ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ। ਗਾਵਿਆ ਸੁਣਿਆ ਵਿਚਾਰਿਆ ਤੇ ਮਹਾਰਾਜ ਸਾਹਿਬ ਜੀ ਸਭ ਦਾ ਥਾਂ ਪਾਉਣ, ਤੇ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਦਾ ਦਾਨ, ਦ੍ਰਿੜਤਾ ਦਾ ਦਾਨ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਆਓ ਹੁਣ ਇੱਥੇ ਸਮਾਪਤੀ ਹੈ ਸੇ ਸ਼ਬਦ। ਹਾਂਜੀ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਜਾਪਹੀਨ ਤਾਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸੁਆਮੀ ਤੇਊ ਤਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।